जिस कदर जिहड़ी हैगी आ सरकारां वल्लों मीडिया की आवाज़ दबाउण की कोशिश की जा रही है, इलैक्ट्रॉनिक मीडिया जां प्रिंट मीडिया जिसका मैं जिक्र किया है, क्यों अजिहा की कोई सरकारां वल्लों सबक सिखाउण की नीयत नाल कि वो बोली बोलो जिहड़ी बोली सरकारां नूं चंगी लगदी है। लेकिन जो हालात अज प्रेस के बने हुए ने, मीडिया के बने हुए ने, जिन्हों असीं कहंदे सी कि एक लोकतंत्र का यह भी एक स्तंभ है, इस स्तंभ नूं जिस ढंग दे नाल कमज़ोर किया गया है, डेगन की कोशिश की जा रही है, मैं समझना कि बड़ा अनफॉर्चुनेट है। ਭਾਰਤੀ ਜਨਤਾ ਪਾਰਟੀ ਜਦੋਂ ਵੱਡੀ ਬਹੁ ਗਿਣਤੀ ਦੇ ਨਾਲ ਸੱਤਾ ਦੇ ਵਿੱਚ ਆਈ ਹੈ ਕੇਂਦਰ ਦੇ ਵਿੱਚ ਔਰ ਕਈ ਰਾਜਾਂ ਦੇ ਵਿੱਚ, ਤਾਂ ਉਸ ਤੋਂ ਬਾਅਦ ਉਹ ਟੋਟਲੀ ਇਹ ਚਾਹੁੰਦੀ ਹੈ ਕਿ ਮੀਡੀਆ ਦਾ ਜਿਹੜਾ ਹੈ ਉਹਦਾ ਕੰਟਰੋਲ ਰਵੇ। ਜਿਹੜਾ ਮੀਡੀਆ ਉਹਦੇ ਤੋਂ ਕੰਟਰੋਲ ਨਹੀਂ ਹੁੰਦਾ ਜਾਂ ਜਿਹੜਾ ਜਰਨਲਿਸਟ ਉਹਦੇ ਤੋਂ ਕੰਟਰੋਲ ਨਹੀਂ ਹੁੰਦਾ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਰਾਸ਼ਟਰਵਾਦ ਦੇ ਨਾਂ 'ਤੇ, ਉਸ ਨੂੰ ਰਾਸ਼ਟਰ ਸੁਰੱਖਿਆ ਦੇ ਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੇਸਾਂ 'ਚ ਫਸਾਇਆ ਜਾਂਦਾ, ਜਾਂ ਫਿਰ ਉਹਨਾਂ ਦੇ ਉੱਤੇ ਜਿਹੜੀਆਂ ਕੇਂਦਰੀ ਏਜੰਸੀਆਂ, ਚਾਹੇ ਉਹ ਈਡੀ ਹੈ, ਚਾਹੇ ਉਹ CBI ਹੈ, ਚਾਹੇ ਹੋਰ ਏਜੰਸੀਆਂ, ਉਹਨਾਂ ਦੇ ਰਾਹੀਂ ਇਸ ਕਿਸਮ ਦਾ ਦਬਾਅ ਪਾਉਣ ਦਾ ਯਤਨ ਕੀਤਾ ਜਾਂਦਾ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ। ਜਿਵੇਂ ਉਹਨਾਂ ਦੇ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਉਹਨਾਂ ਦੇ ਐਂਟਰੀ ਕਾਰਡ ਰੋਕਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਹੋਰ ਕਈ ਥਾਵਾਂ ਤੇ ਤੰਗ ਕੀਤਾ ਗਿਆ। ਮੈਂ ਸਮਝਦਾ ਬੜਾ ਅਫਸੋਸਨਾਕ ਹੈ ਔਰ ਇਹ ਸਿੱਧਾ ਇੱਕ ਮੈਸੇਜ ਹੈਗਾ ਕਿ ਸਰਕਾਰ ਮੀਡੀਆ ਦਾ ਗਲਾ ਘੁੱਟਣਾ ਚਾਹੁੰਦੀ ਹੈ ਔਰ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਸਾਡੇ ਮੁਤਾਬਕ ਜਿਹੜਾ ਮੀਡੀਆ ਹੈ ਉਹ ਕੰਮ ਕਰੇ, ਸਾਡੇ ਮੁਤਾਬਕ ਲਿਖੇ। ਜਿਹੜਾ ਮੀਡੀਆ ਦਾ ਕੰਮ ਹੈ ਉਹ ਲੋਕਾਂ ਦੀ ਆਵਾਜ਼ ਹੈ ਔਰ ਸਰਕਾਰ ਅਗਰ ਇਹ ਸੋਚੇ ਕਿ ਭਈ ਸਰਕਾਰੀ ਆਵਾਜ਼ ਨੂੰ ਮੀਡੀਆ ਕਰੇਗਾ ਤਾਂ ਉਹਦੇ ਵਾਸਤੇ ਤਾਂ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈਗਾ ਹੀ ਉਹਨਾਂ ਕੋਲ ਆਪਣੇ ਡਿਪਾਰਟਮੈਂਟਸ ਹੈਗੇ, ਉਹ ਆਪਣੀ ਗੱਲ ਕਰਦੇ ਆ। ਲੇਕਿਨ ਜਿਹੜੀ ਲੋਕਾਂ ਦੀ ਗੱਲ ਹੈ ਉਹ ਤਾਂ ਮੀਡੀਆ ਹੀ ਜਿਹੜਾ ਹੈ ਉਹ ਸਰਕਾਰ ਤੇ ਪਹੁੰਚਾ ਸਕਦਾ ਹੈ। ਤਾਂ ਅਗਰ ਸਰਕਾਰ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇੱਕ ਤਰੀਕੇ ਨਾਲ ਇਹ ਲੋਕਾਂ ਦੇ ਨਾਲ ਬੇਇਨਸਾਫੀ ਹੋਏਗੀ ਜੀ। ਤਾਂ ਇਸ ਲਈ ਅਗਰ ਇਹ ਮੀਡੀਆ ਜਿੰਨਾ ਇੰਡੀਪੈਂਡੈਂਟ ਰਹੇਗਾ ਤਾਂ ਉਨਾ ਹੀ ਜਿਹੜੀ ਲੋਕਤੰਤਰ ਹੈ, ਜਿਹੜੀ ਡੈਮੋਕ੍ਰੇਸੀ ਹੈ, ਉਹ ਉਨੀ ਮਜ਼ਬੂਤ ਰਹੇਗੀ। ਪਰ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਜਿਹੜੀਆਂ ਕੇਂਦਰ ਸਰਕਾਰ ਹੈ ਤੇ ਸੂਬਾ ਸਰਕਾਰਾਂ, ਉਹ ਇਹ ਨਹੀਂ ਚਾਹੁੰਦੀਆਂ ਕਿ ਉਹਨਾਂ ਨੂੰ ਕੋਈ ਸਵਾਲ ਕਰੇ। ਉਲਟਾ ਜਿਹੜੇ ਸਵਾਲ ਹੈ ਉਹ ਵਿਰੋਧੀ ਧਿਰ ਨੂੰ ਹੁੰਦੇ ਆ ਔਰ ਉਸ ਸਥਿਤੀ ਦੇ ਵਿੱਚ ਜਿਹੜਾ ਮੀਡੀਆ ਦੀ ਭੂਮਿਕਾ ਹੈ, ਜਿਹਨੇ ਲੋਕਾਂ ਦੇ ਮੁਸ਼ਕਲਾਂ ਨੂੰ ਉਠਾਉਣਾ, ਲੋਕਾਂ ਦੀ ਆਵਾਜ਼ ਬਣਨਾ, ਲੋਕਾਂ ਦੇ ਮਸਲਿਆਂ ਨੂੰ ਉਠਾਉਣਾ, ਉਹਨਾਂ ਨੂੰ ਉਠਾਉਣ ਦੇ ਲਈ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਂਦੀਆਂ, ਉਹਨਾਂ ਨੂੰ ਰੋਕਿਆ ਜਾਂਦਾ। ਕਿਉਂਕਿ ਸਰ ਜਿਹੜੀ ਵੀ ਅਗਰ ਸਰਕਾਰ ਹੈ, ਕਿਉਂਕਿ ਚਾਹੇ ਕੋਈ ਵੀ ਸਰਕਾਰ ਹੋਏ ਤਾਂ ਉਹ ਸਰਕਾਰ ਚਾਹੇ ਸਰ ਉਹਨੂੰ ਜਿਹੜੀ ਹੈ ਪ੍ਰੋਬਲਮ ਹੈ ਕਿ ਉਹਨੂੰ ਆਲੋਚਨਾ ਨਹੀਂ ਸਹਿਣੀ, ਤਾਂ ਇਸ ਲਈ ਉਹਨਾਂ ਨੂੰ ਹੁੰਦਾ ਕਿ ਬਈ ਠੀਕ ਹੈ ਸਾਡੀ ਅਗਰ ਕੋਈ ਅੱਛਾ ਕੰਮ ਕਰ ਰਹੇ ਹੈ, ਕੋਈ ਸਾਡਾ ਡਿਵੈਲਪਮੈਂਟ ਵਰਕ ਹੈ, ਉਹ ਮੀਡੀਆ 'ਚ ਆ ਜਾਏ ਤਾਂ ਕੋਈ ਗੱਲ ਨਹੀਂ। ਲੇਕਿਨ ਜਦੋਂ ਕਿਸੇ ਚੀਜ਼ ਦਾ ਕ੍ਰਿਟਿਸਿਜ਼ਮ ਆ ਜਾਏ ਤਾਂ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ। ਤਾਂ ਬੇਸਿਕਲੀ ਉਹ ਮੀਡੀਆ ਨੂੰ ਉਹਨਾਂ ਦਾ ਦਬਾਉਣ ਦਾ ਸਿਰਫ ਇਹ ਆ ਕਿ ਉਹ ਸਿਰਫ ਇੱਕ ਸਾਈਡ ਦੀ ਹੀ ਚੀਜ਼ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਕਿਹੜਾ ਕੰਮ ਸਹੀ ਕਰ ਰਹੇ ਹਾਂ। ਆਪਣੀ ਗਲਤੀਆਂ ਨੂੰ ਛੁਪਾਉਣ ਵਾਸਤੇ ਉਹਨਾਂ ਨੂੰ ਹੈ ਕਿ ਵੀ ਮੀਡੀਆ ਜਿਹੜਾ ਹੈ ਵੀ ਕੰਟਰੋਲਡ ਰਹੇ। ਸਰ ਜੀ, ਅਫਸੋਸਨਾਕ ਗੱਲ ਇਹ ਹੈਗੀ ਹੈ ਕਿ ਸਿਆਸਤ ਵੀ ਮੈਨੂੰ ਲੱਗਦਾ ਹੈ ਕਿ ਇੱਕ ਵਪਾਰ ਬਣ ਗਿਆ, ਇੱਕ ਕਿੱਤਾ ਬਣ ਗਿਆ ਜੀ। ਔਰ ਜੋ ਲੋਕ ਇਹਦੇ 'ਚ ਅੱਗੇ ਆ ਰਹੇ ਨੇ, ਜੋ ਰਾਜ ਸੱਤਾ ਨੂੰ ਹਥਿਆਉਣਾ ਚਾਹੁੰਦੇ ਨੇ, ਉਹ ਸਮਝਦੇ ਨੇ ਕਿ ਜੋ ਝੂਠ ਬੋਲਣਾ ਪੈਂਦਾ ਬੋਲੋ। ਇਹ ਕਿਸੇ ਮਾਫੀਏ ਤੋਂ ਘੱਟ ਨਹੀਂ ਹੈਗੇ ਇਹ ਲੋਕ ਵੀ ਅੱਜ ਦੀ ਡੇਟ ਦੇ ਵਿੱਚ, ਔਰ ਇਹ ਹਰ ਕਿਸਮ ਦੇ ਹੱਥ ਕੰਡੇ ਅਪਣਾ ਸਕਦੇ ਨੇ, ਮੀਡੀਆ ਨੂੰ ਖਰੀਦਣ ਦੀ ਕੋਸ਼ਿਸ਼ ਕਰ ਸਕਦੇ ਨੇ, ਲੋਕਾਂ ਨੂੰ ਖਰੀਦਦੇ ਹੈਗੇ ਨੇ ਔਰ ਹਰ ਇਲੀਗਲ ਕੰਮ ਕਰਕੇ ਚਾਹੁੰਦੇ ਨੇ ਕਿ ਸਾਨੂੰ ਪੰਜਾਬ 'ਚ ਵੀ ਹੁੰਦਾ ਦੇਖ ਰਹੇ ਹਾਂ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਇੱਕੋ ਰਾਹ ਤੇ ਚੱਲ ਰਹੀਆਂ ਤੇ ਇਹ ਜਿਹੜਾ ਜੋ ਚੱਲ ਰਿਹਾ, ਇਸ ਦੇ ਨਾਲ ਜਮਹੂਰੀਅਤ ਵੀ ਜਿਹੜੀ ਹੈ ਉਹ ਵੀ ਕਮਜ਼ੋਰ ਹੋਏਗੀ। ਜਿਹੜਾ ਜਮਹੂਰੀਅਤ ਦਾ ਚੌਥਾ ਥੰਮ ਹੈ ਉਹ ਤਾਂ ਜਿਸ ਤਰ੍ਹਾਂ ਹਰਕੰਵਲ ਜੀ ਨੇ ਕਿਹਾ ਕਿ ਉਹਨੂੰ ਡੇਗਣ ਦੇ ਜਿਹੜੇ ਯਤਨ ਹੋ ਰਹੇ ਆ ਤੇ ਉਹਦੇ ਉੱਤੇ ਆਖਰੀ ਹੱਲਾ ਬੋਲਣ ਦੀ ਵੀ ਜਿਹੜੀ ਤਿਆਰੀ ਹੈ ਉਹ ਸਰਕਾਰ ਵੱਲੋਂ ਕੀਤੀ ਜਾਈਦੀ। ਚਾਹੇ ਉਹ ਇੰਡੀਆ ਜਿੱਥੇ ਵੀ ਕੌਨਫਲਿਕਟ ਜ਼ੋਨ ਹੋਏ ਜਾਂ ਈਵਨ ਟੈਰਰਿਜ਼ਮ ਦਾ ਵੀ ਟਾਈਮ ਹੋਏ ਤਾਂ ਮੀਡੀਆ ਨੇ ਆਪਣਾ ਕੰਮ ਬਹੁਤ ਬਖੂਬੀ ਤਰੀਕੇ ਨਾਲ ਕੀਤਾ ਹੈ।
ਕਿਉਂਕਿ ਅਗਰ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਜਿਹੜੀ ਇੱਕ ਵਾਰ ਆ ਜਾਂਦੀ ਹੈ ਉਹ ਕਹਿੰਦੀ ਹੈ ਦੁਬਾਰਾ ਇਲੈਕਸ਼ਨ ਹੋਏ ਨਾ, ਅਸੀਂ ਆ ਗਏ ਹਾਂ, ਅਸੀਂ ਸਭ ਤੋਂ ਬੈਸਟ ਹੈ, ਅਸੀਂ ਹੁਣ ਸਾਰੀ ਉਮਰ ਹੀ ਇੱਥੇ ਰਹੀਏ। ਬਿਲਕੁਲ ਠੀਕ। ਤਾਂ ਜਦੋਂ ਮੀਡੀਆ ਆਪਣਾ ਕਰਦੀ ਹੈ ਕੰਮ ਕਿ ਤਾਂ ਉਹ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੀ ਹੈ, ਤਾਂ ਇਹਨਾਂ ਨੂੰ ਲੱਗਦਾ ਕਿ ਵੀ ਸ਼ਾਇਦ ਵੀ ਜਿਹੜਾ ਕ੍ਰਿਟਿਸਿਜ਼ਮ ਹੈ ਉਹ ਅਨਨੈਸੈਸਰੀ ਹੈ, ਬਲਕਿ ਮੀਡੀਆ ਆਪਣਾ ਕੰਮ ਇੱਕ ਉਹਦੀ ਰਿਸਪੌਂਸਿਬਿਲਟੀ ਹੈ। ਕਿਉਂਕਿ ਜਿਸ ਤਰ੍ਹਾਂ ਹਰਕਮਲਜੀਤ ਸਰ ਨੇ ਕਿਹਾ ਕਿ ਮੀਡੀਆ ਇੱਕ ਮਿਸ਼ਨ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਉਸ ਵੱਡੇ ਮੁੱਦੇ ਤੇ ਬਹਿਸ ਦਾ ਕੇਂਦਰ ਬਿੰਦੂ ਲੈ ਰਹੇ ਹਾਂ ਕਿ ਜੇ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ, ਲੋਕਾਂ ਦੀ ਆਵਾਜ਼ ਉਠਾਉਣ ਦੀ ਗੱਲ ਕਰਦੇ ਹਾਂ, ਜੇਕਰ ਆਵਾਜ਼ ਉਠਾਉਣ ਵਾਲੀ ਧਿਰ, ਮੇਰੀ ਕਹਿਣ ਤੋਂ ਮੁਰਾਦ ਹੈ ਮੀਡੀਆ, ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟ ਮੀਡੀਆ, ਜੇਕਰ ਉਸ ਦੀ ਆਵਾਜ਼ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕੌਣ ਪੂਰੇਗਾ ਲੋਕਾਂ ਦਾ ਪੱਖ? ਇਸ਼ਤਿਹਾਰਬਾਜ਼ੀ ਬੰਦ ਕਰਨੀ, ਫੇਸਬੁੱਕ ਦੇ ਪੇਜ ਬੰਦ ਕਰਨੇ, YouTube ਚੈਨਲ ਬੰਦ ਕਰਨੇ, ਬਹੁਤ ਕੁਝ ਇੱਦਾਂ ਦਾ ਖਿਲਾਰਾ ਚਾਹੇ ਪੰਜਾਬ ਸਰਕਾਰ ਹੈ, ਕੇਂਦਰ ਸਰਕਾਰ ਹੈ, ਉਹਨਾਂ ਵੱਲੋਂ ਪਾਇਆ ਹੋਇਆ ਹੈ ਕਿ ਇਹ ਸਾਰਾ ਕੁਝ ਮੀਡੀਆ ਨੂੰ ਸਖਤ ਸਿਖਾਉਣ ਲਈ ਹੈ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈ। ਜੇ ਮੀਡੀਆ ਹੋਏਗਾ ਤਾਂ ਸਰਕਾਰ ਤੱਕ ਲੋਕਾਂ ਦੀ ਗੱਲ ਵੀ ਪਹੁੰਚੇਗੀ ਅਤੇ ਲੋਕਾਂ ਦੀ ਗੱਲ ਜਿਹੜੀ ਹੈਗੀ ਹੈ ਸਰਕਾਰ ਤੱਕ ਪਹੁੰਚੇਗੀ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਮੈਂ ਕਿਉਂਕਿ ਸਮਝਦਾ ਹਾਂ ਕਿ ਬਹੁਤ ਹੀ ਇਸ ਵੇਲੇ ਮੀਡੀਆ ਦੇ ਅੰਦਰ ਬਹੁਤ ਵੱਡਾ ਪੱਖਮਾ ਮੁੱਦਾ ਇਹ ਬਣਿਆ ਹੋਇਆ ਹੈ ਕਿ ਆਖਰ ਸਰਕਾਰਾਂ ਮੀਡੀਆ ਨੂੰ ਕਿਉਂ ਦਬਾ ਰਹੀਆਂ। ਮੇਰੇ ਨਾਲ ਪੈਨਲ 'ਤੇ ਸਾਡੇ ਜਿਹੜੇ ਕੱਦਾਵਾਰ ਜਰਨਲਿਸਟ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਹੈ। ਸਾਡੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਨੇ ਸੌਰਵ ਦੁੱਗਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸੇ ਤਰੀਕੇ ਨਾਲ ਸਾਡੇ ਦੂਜੇ ਮਹਿਮਾਨ ਪੰਜਾਬ ਦੇ ਵੱਡੇ ਮੀਡੀਆ ਗਰੁੱਪ ਦੇ ਸੀਨੀਅਰ ਜਰਨਲਿਸਟ ਹਰਕਮਲਜੀਤ ਸਿੰਘ, ਉਹਨਾਂ ਨੂੰ ਵੀ ਮੈਂ ਜੀ ਆਖਦਾ। ਸਾਡੇ ਨਾਲ ਤੀਜੇ ਮਹਿਮਾਨ ਬਲਵੀਰ ਜੰਡੂ, ਪੰਜਾਬ ਦੇ ਵੱਡੇ ਮੀਡੀਆ ਗਰੁੱਪ 'ਚ ਸੀਨੀਅਰ ਪੋਜੀਸ਼ਨ 'ਚ ਕੰਮ ਕਰਦੇ ਰਹੇ ਹੈ ਅਤੇ ਲੰਬੇ ਸਮੇਂ ਤੋਂ ਜਿਹੜੇ ਮੀਡੀਆ ਕਰਮੀ ਆ, ਉਹਨਾਂ ਦੀਆਂ ਯੂਨੀਅਨਾਂ, ਉਹਨਾਂ ਦੀਆਂ ਜਥੇਬੰਦੀਆਂ, ਉਹਨਾਂ ਦੇ ਹਿੱਤਾਂ ਦੀ ਲੜਾਈ ਲੜਦੇ ਆ ਰਹੇ ਹੈ। ਤਿੰਨਾਂ ਵੀ ਆਪਣੇ ਸੀਨੀਅਰ ਜਰਨਲਿਸਟਾਂ ਨੂੰ, ਸਾਥੀਆਂ ਨੂੰ ਤੁਹਾਡੇ ਵੱਲੋਂ ਪੈਨਲ 'ਤੇ ਆਉਣ ਲਈ ਜੀ ਆਖਦਾ, ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਕਦਰ ਜਿਹੜੀ ਹੈਗੀ ਆ ਸਰਕਾਰਾਂ ਵੱਲੋਂ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਜਿਸ ਦਾ ਮੈਂ ਜ਼ਿਕਰ ਕੀਤਾ ਹੈ, ਕਿਉਂ ਅਜਿਹਾ? ਕੀ ਕੋਈ ਸਰਕਾਰਾਂ ਵੱਲੋਂ ਸਬਕ ਸਿਖਾਉਣ ਦੀ ਨੀਅਤ ਨਾਲ ਕਿ ਉਹ ਬੋਲੀ ਬੋਲੋ ਜਿਹੜੀ ਬੋਲੀ ਸਰਕਾਰਾਂ ਨੂੰ ਚੰਗੀ ਲੱਗਦੀ ਹੈ? ਕਿਵੇਂ ਦੇਖਦੇ ਹੋ ਇਸ ਮੁੱਦੇ 'ਤੇ ਹਰਕਮਲ ਜੀ? ਜਗਤਾਰ ਜੀ, ਜੋ ਮੈਂ ਨੋਟ ਕਰ ਰਿਹਾ, ਮੈਨੂੰ ਇਸ ਕਿੱਤੇ 'ਚ 45 ਸਾਲ ਹੋ ਚਲੇ ਨੇ, ਲੇਕਿਨ ਜੋ ਹਾਲਾਤ ਅੱਜ ਪ੍ਰੈਸ ਦੇ ਬਣੇ ਹੋਏ ਨੇ, ਮੀਡੀਆ ਦੇ ਬਣੇ ਹੋਏ ਨੇ, ਜਿਹਨੂੰ ਅਸੀਂ ਕਹਿੰਦੇ ਸੀ ਕਿ ਇੱਕ ਲੋਕਤੰਤਰ ਦਾ ਇਹ ਵੀ ਇੱਕ ਸਤੰਭ ਹੈਗਾ, ਇਸ ਸਤੰਭ ਨੂੰ ਜਿਸ ਢੰਗ ਦੇ ਨਾਲ ਕਮਜ਼ੋਰ ਕੀਤਾ ਗਿਆ ਹੈ, ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਂ ਸਮਝਦਾ ਕਿ ਬੜਾ ਅਨਫਾਰਚੂਨੇਟ ਹੈ। ਤੁਸੀਂ ਦੇਖਿਆ ਹੋਣਾ, ਹਾਲਾਂਕਿ ਇਹਦੀ ਸ਼ੁਰੂਆਤ ਭਾਵੇਂ ਦਿੱਲੀ ਤੋਂ ਤੁਸੀਂ ਕਹਿ ਸਕਦੇ ਹੋ ਭਾਜਪਾ ਸਰਕਾਰ ਨੇ ਕੀਤੀ। ਉਹਨਾਂ ਨੇ ਹਿੰਦੁਸਤਾਨ ਦੇ ਮੀਡੀਆ ਨੂੰ ਜਿਸ ਢੰਗ ਦੇ ਨਾਲ ਕਾਬੂ ਕੀਤਾ ਔਰ ਜੋ ਲੋਕ ਉਹਨਾਂ ਦੀ ਨੁਕਤਾਚੀਨੀ ਕਰਦੇ ਸੀ, ਉਹਨਾਂ ਨੂੰ ਜਿਸ ਢੰਗ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਪੈਸੇ ਦੇ ਜ਼ੋਰ ਦੇ ਨਾਲ, ਜਿਵੇਂ ਕਈ ਚੈਨਲ ਖਰੀਦੇ ਗਏ, ਮੇਰੇ ਖਿਆਲ 'ਚ ਉਹਦੇ ਤੋਂ ਬਾਅਦ ਜਿਹੜੀਆਂ ਪਾਰਟੀਆਂ, ਜਿਵੇਂ ਆਮ ਆਦਮੀ ਪਾਰਟੀ, ਜਿਹੜੀ ਇਹਨਾਂ ਗੱਲਾਂ ਦਾ ਵਿਰੋਧ ਕਰ ਰਹੀ ਸੀ ਔਰ ਕੇਂਦਰ ਦੀਆਂ ਇਹਨਾਂ ਨੀਤੀਆਂ ਨੂੰ ਬਹੁਤ ਜ਼ੋਰ ਦੇ ਨਾਲ ਉਹ ਨਿੰਦਦੇ ਵੀ ਰਹੇ। ਪੰਜਾਬ 'ਚ ਰਾਜ ਮਿਲਣ ਤੋਂ ਬਾਅਦ ਜਿਸ ਢੰਗ ਦੇ ਨਾਲ
ਉਹਨਾਂ ਨੇ ਵੀ ਉਹੀ ਹੱਥਕੰਡੇ ਅਪਣਾਏ ਨੇ ਪ੍ਰੈਸ ਦੇ ਖਿਲਾਫ। ਉਹ ਬਹੁਤ ਅਫਸੋਸਨਾਕ ਹੈ। ਤੁਸੀਂ ਦੇਖੋ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਮੀਡੀਆ ਗਰੁੱਪ ਹੈਗਾ ਅਜੀਤ, ਉਹਦੇ ਨਾਲ ਜਿਵੇਂ ਸਰਕਾਰ ਡੀਲ ਕਰ ਰਹੀ ਹੈ, ਇਸ਼ਤਿਹਾਰ ਤੇ ਚਲੋ ਸਰਕਾਰ ਠੀਕ ਹੈ, ਹਾਲਾਂਕਿ ਇਸ਼ਤਿਹਾਰ ਸਰਕਾਰ ਨੇ ਇੱਕ ਨੀਤੀ ਦੇ ਅਧੀਨ ਦੇਣੇ ਹੁੰਦੇ ਨੇ, ਪਰ ਚਲੋ ਧੱਕਾਬਾਜ਼ੀ ਕਰ ਸਕਦੇ ਨੇ। ਤੁਸੀਂ ਕਹਿ ਸਕਦੇ ਹੋ ਕਿ ਜੀ ਸਭ ਤੋਂ ਵੱਡੇ ਮੀਡੀਆ ਗਰੁੱਪ ਨੂੰ ਅਸੀਂ ਨਹੀਂ ਦੇ ਰਹੇ, ਸਰਕਾਰ ਨੇ ਬੰਦ ਕਰਤੇ ਉਹਨਾਂ ਦੇ ਇਸ਼ਤਿਹਾਰ। ਲੇਕਿਨ ਉਹਦੇ ਤੋਂ ਬਾਅਦ ਜਿਵੇਂ ਉਹਨਾਂ ਦੇ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਉਹਨਾਂ ਦੇ ਐਂਟਰੀ ਕਾਰਡ ਰੋਕਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਹੋਰ ਕਈ ਥਾਵਾਂ ਤੇ ਤੰਗ ਕੀਤਾ ਗਿਆ। ਮੈਂ ਸਮਝਦਾ ਬੜਾ ਅਫਸੋਸਨਾਕ ਹੈ ਔਰ ਇਹ ਸਿੱਧਾ ਇੱਕ ਮੈਸੇਜ ਹੈਗਾ ਕਿ ਸਰਕਾਰ ਮੀਡੀਆ ਦਾ ਗਲਾ ਘੁੱਟਣਾ ਚਾਹੁੰਦੀ ਹੈ ਔਰ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਸਾਡੇ ਮੁਤਾਬਕ ਜਿਹੜਾ ਮੀਡੀਆ ਹੈ ਉਹ ਕੰਮ ਕਰੇ, ਸਾਡੇ ਮੁਤਾਬਕ ਲਿਖੇ ਔਰ ਜੋ ਸਰਕਾਰ ਚਾਹੁੰਦੀ ਹੈ ਉਹੀ ਅਖਬਾਰਾਂ 'ਚ ਜਾਂ ਟੈਲੀਵਿਜ਼ਨਾਂ ਤੇ ਆਏ, ਔਰ ਜਿਹੜਾ ਸਾਨੂੰ ਅਪੋਜ਼ ਕਰੇਗਾ ਜਾਂ ਸਾਡੇ ਖਿਲਾਫ ਚੱਲੇਗਾ ਅਸੀਂ ਉਹਨੂੰ ਸਬਕ ਦਿਆਂਗੇ। ਜੀ ਹਰਕਮਲ ਜੀ, ਮੈਂ ਇਸ ਮੁੱਦੇ ਤੇ ਵਾਪਸ ਆਵਾਂਗਾ ਤੁਹਾਡੇ ਵੱਲ। ਸੌਰਵ ਦੁੱਗਲ, ਤੁਸੀਂ ਕੌਮੀ ਪੱਧਰ ਦੇ ਜਦੋਂ ਚੰਡੀਗੜ੍ਹ ਪ੍ਰੈਸ ਕਲੱਬ ਦੀ ਗੱਲ ਕਰਦੇ ਹਾਂ, ਪ੍ਰਧਾਨਗੀ ਉਹਦੀ ਨੁਮਾਇੰਦਗੀ ਕਰ ਰਹੇ ਹੋ ਇਸ ਵੇਲੇ ਚੈਨਲ ਦੇ ਵਿੱਚ, ਤਾਂ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਚੰਡੀਗੜ੍ਹ ਪ੍ਰੈਸ ਕਲੱਬ ਜਿਹੜਾ ਹੈਗਾ ਬਹੁਤ ਵੱਡੀਆਂ ਚਾਹੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਉਹਨਾਂ ਅਖਬਾਰਾਂ ਦੀ ਨੁਮਾਇੰਦਗੀ ਕਰਦਾ ਹੈ। ਜੋ ਮੌਜੂਦਾ ਸਥਿਤੀ ਬਣੀ ਵੀ ਹੈ, ਸੌਰਵ ਦੁੱਗਲ, ਮੌਜੂਦਾ ਪ੍ਰਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਸਰ ਦੇਖੇ ਜਿਹੜਾ ਇੱਕ ਪ੍ਰੈਸ ਕਲੱਬ ਹੈ ਤਾਂ ਪ੍ਰੈਸ ਕਲੱਬ ਜਿਹੜਾ ਉਹ ਜਰਨਲਿਸਟਾਂ ਦੇ ਹੱਕ ਵਾਸਤੇ ਖੜਾ ਹੈ ਜੀ। ਤਾਂ ਜਦੋਂ ਵੀ ਸਰਕਾਰ ਜਾਂ ਕੋਈ ਵੀ ਜਿਹੜਾ ਐਕਸਟਰਨਲ ਫੈਕਟਰ ਅਗਰ ਜਰਨਲਿਸਟ ਨੂੰ ਜਾਂ ਉਹਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪ੍ਰੈਸ ਕਲੱਬ ਇੱਕ ਸਾਡੇ ਕੋਲ ਪਲੇਟਫਾਰਮ ਹੈ ਜਿੱਥੇ ਆਪਾਂ ਆਪਣੀ ਗੱਲ ਕਰ ਸਕਦੇ ਹਾਂ, ਇੱਕ ਦੂਜੇ ਵਾਸਤੇ ਲੜਾਈ ਲੜ ਸਕਦੇ ਹਾਂ, ਕਿਉਂਕਿ ਜਿਹੜਾ ਮੀਡੀਆ ਦਾ ਕੰਮ ਹੈ ਉਹ ਲੋਕਾਂ ਦੀ ਆਵਾਜ਼ ਹੈ। ਔਰ ਸਰਕਾਰ ਅਗਰ ਇਹ ਸੋਚੇ ਕਿ ਬਈ ਸਰਕਾਰੀ ਆਵਾਜ਼ ਨੂੰ ਮੀਡੀਆ ਕਰੇਗਾ ਤਾਂ ਉਹਦੇ ਵਾਸਤੇ ਤਾਂ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈਗਾ ਹੀ ਉਹਨਾਂ ਕੋਲ ਆਪਣੇ ਡਿਪਾਰਟਮੈਂਟਸ ਹੈਗੇ, ਉਹ ਆਪਣੀ ਗੱਲ ਕਰਦੇ ਆ। ਲੇਕਿਨ ਜਿਹੜੀ ਲੋਕਾਂ ਦੀ ਗੱਲ ਹੈ ਉਹ ਤਾਂ ਮੀਡੀਆ ਹੀ ਜਿਹੜਾ ਹੈ ਉਹ ਸਰਕਾਰ ਤੇ ਪਹੁੰਚਾ ਸਕਦਾ ਹੈ। ਤਾਂ ਅਗਰ ਸਰਕਾਰ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਤਾਂ ਇੱਕ ਤਰੀਕੇ ਨਾਲ ਇਹ ਲੋਕਾਂ ਦੇ ਨਾਲ ਬੇਇਨਸਾਫੀ ਹੋਏਗੀ ਜੀ। ਤਾਂ ਇਸ ਲਈ ਅਗਰ ਇਹ ਮੀਡੀਆ ਜਿੰਨਾ ਇੰਡੀਪੈਂਡੈਂਟ ਰਹੇਗਾ ਤਾਂ ਉਨਾ ਹੀ ਜਿਹੜੀ ਲੋਕਤੰਤਰ ਹੈ, ਜਿਹੜੀ ਡੈਮੋਕ੍ਰੇਸੀ ਹੈ, ਉਹ ਉਨੀ ਮਜ਼ਬੂਤ ਰਹੇਗੀ। ਤਾਂ ਸਰਕਾਰ ਦਾ ਤਾਂ ਇਹ ਹੈ ਕਿ ਬਈ ਉਹਨਾਂ ਦੀ ਜਦੋਂ ਵਾਹਵਾਹੀ ਹੈ ਉਹ ਤਾਂ ਉਹਨਾਂ ਨੂੰ ਪਸੰਦ ਹੈ, ਲੇਕਿਨ ਆਲੋਚਨਾ ਪਸੰਦ ਨਹੀਂ ਹੈ। ਲੇਕਿਨ ਜਿਹੜੀ ਮੀਡੀਆ ਦਾ ਕੰਮ ਸਿਰਫ ਇਹ ਹੈ ਕਿ ਉਹਨਾਂ ਨੇ ਲੋਕਾਂ ਦੀ ਆਵਾਜ਼ ਪਹੁੰਚਾਣੀ ਹੈ, ਲੋਕਾਂ ਨੂੰ ਕੀ ਤਕਲੀਫ ਹੈ। ਤਾਂ ਮੀਡੀਆ ਇੱਕ ਤਰੀਕੇ ਨਾਲ ਕੋਈ ਆਪਣੀ ਗੱਲ ਤਾਂ ਨਹੀਂ ਕਰ ਰਿਹਾ, ਲੋਕਾਂ ਦੀ ਗੱਲ ਕਰ ਰਿਹਾ ਜੀ। ਤਾਂ ਅਗਰ ਇਹ ਸਰਕਾਰ ਅਗਰ ਉਸ ਚੀਜ਼ ਨੂੰ ਦਬਾ ਰਹੀ ਹੈ ਤਾਂ ਉਹ ਮੀਡੀਆ ਨੂੰ ਨਹੀਂ ਦਬਾ ਰਹੀ, ਉਹ ਇੱਕ ਤਰੀਕੇ ਨਾਲ ਲੋਕਤੰਤਰ ਨੂੰ ਦਬਾ ਰਹੀ ਹੈ, ਲੋਕਾਂ ਦੀ ਆਵਾਜ਼ ਦਬਾ ਰਹੀ ਹੈ ਔਰ ਉਹ ਡਿਕਟੇਟਰਸ਼ਿਪ ਦੀ ਤਰਫ ਵੱਧ ਰਹੀ ਹੈ। ਔਰ ਜਿਹੜਾ ਇੰਡੀਆ ਦਾ ਜਿਹੜਾ ਢਾਂਚਾ ਹੈ ਉਹ ਡੈਮੋਕ੍ਰੈਟਿਕ ਢਾਂਚਾ ਹੈ। ਤਾਂ ਡੈਮੋਕ੍ਰੈਟਿਕ ਸੈਟਅਪ 'ਚ ਫ੍ਰੀ ਸਪੀਚ ਜਿਹੜੀ ਹੈ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਜੀ। ਔਰ ਇਸ ਲਈ ਸਰ ਮੀਡੀਆ ਦਾ ਬਹੁਤ ਇੰਪੋਰਟੈਂਟ ਰੋਲ ਆਉਂਦਾ ਹੈ। ਔਰ ਉਸ ਵਜ੍ਹਾ ਨਾਲ ਜਿਹੜਾ ਚੰਡੀਗੜ੍ਹ ਪ੍ਰੈਸ ਕਲੱਬ ਹੈ ਜਾਂ ਹੋਰ ਵੀ ਪ੍ਰੈਸ ਕਲੱਬ ਹੈਗੇ ਹੈ ਉਹਨਾਂ ਦਾ ਰੋਲ ਜਿਹੜਾ ਹੈ ਬਹੁਤ ਇੰਪੋਰਟੈਂਟ ਆ ਜਾਂਦਾ ਹੈ, ਕਿਉਂਕਿ ਕਈ ਵਾਰੀ ਕੀ ਕੋਈ ਅਗਰ ਮੀਡੀਆ ਹਾਊਸ ਹੈ ਜਾਂ ਕੋਈ ਛੋਟਾ ਅਦਾਰਾ ਹੈ ਜਾਂ ਕੋਈ ਇੰਡੀਪੈਂਡੈਂਟ ਜਰਨਲਿਸਟ ਹੈ, ਉਹਨੂੰ ਇੱਕ ਸਪੋਰਟ ਦੀ ਲੋੜ ਪੈਂਦੀ ਹੈ। ਤਾਂ ਇੱਕ ਜਿਹੜਾ ਭਾਈਚਾਰਾ ਚੰਡੀਗੜ੍ਹ ਪ੍ਰੈਸ ਕਲੱਬ ਤੋਂ ਮਿਲਦਾ ਹੈ ਉਹ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਜੀ। ਸੌਰਵ ਦੁੱਗਲ, ਇੱਕ ਸਵਾਲ ਮੈਂ ਜੰਡੂ ਸਾਹਿਬ ਵੱਲ ਜਿਹੜਾ ਸਵਾਲ ਲੈਣ ਤੋਂ ਪਹਿਲਾਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਮੀਡੀਆ ਆਪਣੀ ਨਿਰਪੱਖ ਭੂਮਿਕਾ ਨਿਭਾਉਂਦਾ ਹੈ, ਪਰ ਸਰਕਾਰਾਂ ਉਸ ਨੂੰ ਕਿਉਂ ਇਸ ਤਰ੍ਹਾਂ ਡੀਲ ਕਰਦੀਆਂ ਕਿ ਜਿਵੇਂ ਇੱਕ ਧਿਰ ਹੁੰਦੀ ਹੈ, ਦੇਖੋ ਕਾਂਗਰਸ ਹੋ ਸਕਦੀ ਹੈ, ਅਕਾਲੀ ਦਲ ਹੋ ਸਕਦਾ ਹੈ, ਭਾਜਪਾ ਹੋ ਸਕਦੀ ਹੈ, ਉਹਨਾਂ ਦੀਆਂ ਪੋਲੀਟੀਕਲ ਲੜਾਈਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ, ਮੀਡੀਆ ਨੂੰ ਇੱਕ ਧਿਰ ਦੇ ਤੌਰ ਤੇ ਕਿਉਂ ਵੇਖਿਆ ਜਾ ਰਿਹਾ? ਕਿਉਂਕਿ ਮੀਡੀਆ ਤਾਂ ਇੱਕ ਧਿਰ ਨਹੀਂ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ, ਫਿਰ ਮੀਡੀਆ ਨੂੰ ਇੱਕ ਧਿਰ ਦੇ ਤੌਰ ਤੇ ਕਿਉਂ ਪਾਸੇ ਜਾਂ ਵੱਖ ਕੀਤਾ ਜਾ ਰਿਹਾ? ਕਿਉਂਕਿ ਸਰ ਜਿਹੜੀ ਵੀ ਅਗਰ ਸਰਕਾਰ ਹੈ, ਕਿਉਂਕਿ ਚਾਹੇ ਕੋਈ ਵੀ ਸਰਕਾਰ ਹੋਏ ਤਾਂ ਉਹ ਸਰਕਾਰ ਚਾਹੇ ਸਰ ਉਹਨੂੰ ਜਿਹੜੀ ਹੈ ਪ੍ਰੋਬਲਮ ਹੈ ਕਿ ਉਹਨੂੰ ਆਲੋਚਨਾ ਨਹੀਂ ਸਹਿਣੀ। ਤਾਂ ਇਸ ਲਈ ਉਹਨਾਂ ਨੂੰ ਹੁੰਦਾ ਕਿ ਬਈ ਠੀਕ ਹੈ, ਸਾਡੀ ਅਗਰ ਕੋਈ ਅੱਛਾ ਕੰਮ ਕਰ ਰਹੇ ਹੈ, ਕੋਈ ਸਾਡਾ ਡਿਵੈਲਪਮੈਂਟ ਵਰਕ ਹੈ, ਉਹ ਮੀਡੀਆ 'ਚ ਆ ਜਾਏ ਤਾਂ ਕੋਈ ਗੱਲ ਨਹੀਂ। ਲੇਕਿਨ ਜਦੋਂ ਕਿਸੇ ਚੀਜ਼ ਦਾ ਕ੍ਰਿਟਿਸਿਜ਼ਮ ਆ ਜਾਏ ਤਾਂ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ। ਤਾਂ ਬੇਸਿਕਲੀ ਉਹ ਮੀਡੀਆ ਨੂੰ ਉਹਨਾਂ ਦਾ ਦਬਾਉਣ ਦਾ ਸਿਰਫ ਇਹ ਆ ਕਿ
ਉਹ ਸਿਰਫ ਇੱਕ ਸਾਈਡ ਦੀ ਹੀ ਚੀਜ਼ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਕਿਹੜਾ ਕੰਮ ਸਹੀ ਕਰ ਰਹੇ ਹਾਂ। ਆਪਣੀ ਗਲਤੀਆਂ ਨੂੰ ਛੁਪਾਉਣ ਵਾਸਤੇ ਉਹਨਾਂ ਨੂੰ ਹੈ ਕਿ ਵੀ ਮੀਡੀਆ ਜਿਹੜਾ ਹੈ ਵੀ ਕੰਟਰੋਲਡ ਰਹੇ। ਔਰ ਉਹ ਫਿਰ ਅਗਰ ਮੀਡੀਆ ਕੰਟਰੋਲਡ ਰਹਿੰਦਾ ਹੈ, ਸੈਂਸਰਸ਼ਿਪ ਰਹਿੰਦੀ ਹੈ, ਤਾਂ ਫਿਰ ਉਹ ਡਾਇਰੈਕਟਲੀ ਅਟੈਕ ਇੱਕ ਡੈਮੋਕ੍ਰੇਸੀ ਸੈਟਅਪ ਤੇ ਹੈ। ਬਿਲਕੁਲ ਠੀਕ ਸੌਰਵ ਦੁੱਗਲ, ਤੁਸੀਂ ਬਣੇ ਰਹੋ, ਮੈਂ ਫੇਰ ਆਵਾਂਗਾ ਸਵਾਲ ਲੈ ਕੇ ਤੁਹਾਡੇ ਵੱਲ। ਜੰਡੂ ਸਾਹਿਬ, ਇਸ ਮਾਮਲੇ 'ਤੇ ਜਿੱਦਾਂ ਮੈਂ ਕਿਹਾ ਕਿ ਤੁਹਾਡਾ ਵੀ ਦਹਾਕਿਆਂ ਤੋਂ ਮੀਡੀਆ ਨੂੰ ਕਵਰ ਕਰਨਾ ਅਤੇ ਪੋਲੀਟੀਕਲ ਸਿਸਟਮ, ਪੋਲੀਟੀਕਲ ਪਾਰਟੀਆਂ ਨੂੰ, ਉਹਨਾਂ ਦੇ ਹਮਲਿਆਂ ਨੂੰ, ਮੀਡੀਆ ਨੂੰ ਕਿੱਦਾਂ ਦੀਆਂ ਮੁਸ਼ਕਲਾਂ ਆਉਂਦੀਆਂ, ਬਹੁਤ ਕੁਝ ਤੁਸੀਂ ਨਜ਼ਦੀਕ ਤੋਂ ਦੇਖਿਆ। ਪਰ ਜਿਹੜੀ ਹੁਣ ਇਸ ਵੇਲੇ ਸਥਿਤੀ ਬਣੀ ਵੀ ਹੈ, ਸ਼ਾਇਦ ਪੰਜਾਬ 'ਚ ਬਹੁਤ ਘੱਟ ਇਹੋ ਜਿਹੇ ਮੌਕੇ ਹੋਣਗੇ ਜੋ ਹੁਣ ਇਸ ਵੇਲੇ ਮੀਡੀਆ ਨੂੰ ਫੇਸ ਕਰਨਾ ਪੈ ਰਿਹਾ। ਜਰਨਲਿਜ਼ਮ 'ਚ ਸਿੱਧੂ ਸਾਹਿਬ ਅਸੀਂ ਦੇਖਿਆ ਹੈਗਾ ਕਿ ਇੱਦਾਂ ਦਾ ਦੌਰ ਜਿਹੜਾ ਉਹ ਇੱਕ ਪਹਿਲਾ ਸਮਾਂ ਆਇਆ ਸੀ ਜਦੋਂ ਐਮਰਜੈਂਸੀ ਦੇ ਦੌਰਾਨ ਇਸ ਤਰ੍ਹਾਂ ਦੀ ਸਥਿਤੀ ਬਣੀ ਸੀ ਕਿ ਸੈਂਸਰਸ਼ਿਪ ਲਾ ਕੇ ਮੀਡੀਆ ਦੀ ਆਵਾਜ਼ ਨੂੰ, ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਸੀ। ਅਤੇ ਉਸ ਤੋਂ ਪਹਿਲਾਂ ਦੇ ਜੇ ਅਸੀਂ ਦੌਰ 'ਚ ਜਾਈਏ ਥੋੜ੍ਹਾ ਜਿਹਾ ਪਿਛੋਕੜ 'ਚ, ਕਿ ਆਜ਼ਾਦੀ ਤੋਂ ਬਾਅਦ ਜਿਹੜੀ ਸਾਡੀ ਕੌਮੀ ਲੀਡਰਸ਼ਿਪ ਸੀ, ਉਹਨਾਂ ਨੇ ਇਹ ਮਹਿਸੂਸ ਕੀਤਾ ਸੀਗਾ ਕਿ ਜੇ ਮੀਡੀਆ ਦੀ ਆਜ਼ਾਦੀ ਹੋਏਗੀ, ਪ੍ਰੈਸ ਦੀ ਆਜ਼ਾਦੀ ਹੋਏਗੀ, ਤਾਂ ਹੀ ਜਿਹੜਾ ਸੰਵਿਧਾਨ ਦੀਆਂ ਜਿਹੜੀਆਂ ਵਿਵਸਥਾਵਾਂ ਉਹਨਾਂ ਦੀ ਰਾਖੀ ਹੋ ਸਕਦੀ ਹੈ ਅਤੇ ਜਮਹੂਰੀਅਤ ਜਿਹੜੀ ਹੈ ਦੇਸ਼ ਦੇ ਵਿੱਚ ਪੱਕੇ ਪੈਰੀਂ ਹੋ ਸਕਦੀ ਹੈ। ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੈਸ ਕਮਿਸ਼ਨ ਦੀ ਉਦੋਂ ਸਥਾਪਨਾ ਕੀਤੀ, ਔਰ ਉਸ ਪ੍ਰੈਸ ਕਮਿਸ਼ਨ ਦੇ ਵਿਸਥਾਰ 'ਚ ਨਾ ਮੈਂ ਜਾਂਦਾ ਆ, ਪਰ ਉਸ ਪ੍ਰੈਸ ਕਮਿਸ਼ਨ ਨੇ ਜਿਹੜੀਆਂ ਸਿਫਾਰਸ਼ਾਂ ਕੀਤੀਆਂ, ਉਹਨਾਂ ਸਿਫਾਰਸ਼ਾਂ ਦੇ ਉੱਤੇ ਹੀ ਪ੍ਰੈਸ ਕਾਉਂਸਲ ਆਫ ਇੰਡੀਆ ਬਣੀ, ਉਹਨਾਂ ਸਿਫਾਰਸ਼ਾਂ ਦੇ ਉੱਤੇ ਹੀ ਵਰਕਿੰਗ ਜਰਨਲਿਸਟ ਐਕਟ ਬਣਿਆ, ਉਹਨਾਂ ਸਿਫਾਰਸ਼ਾਂ ਦੇ ਉੱਤੇ ਹੀ ਉਹਨਾਂ ਵਿਵਸਥਾਵਾਂ ਦੇ ਤਹਿਤ ਹੀ ਵੇਜ ਬੋਰਡ ਬਣਦੇ ਰਹੇ। ਇਹ ਸਾਰਾ ਇੱਕ ਪਿਛੋਕੜ ਹੈ ਜਿਹਦੇ ਵਿੱਚ ਇਹ ਸੀਗਾ ਕਿ ਮੀਡੀਆ ਨੂੰ, ਜਰਨਲਿਜ਼ਮ ਨੂੰ, ਜਰਨਲਿਸਟ ਨੂੰ ਜਿਹੜਾ ਪ੍ਰੋਟੈਕਟ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਰੱਖਿਆ ਜਾ ਸਕਦਾ ਹੈ, ਅਤੇ ਉਹਨਾਂ ਦੀ ਜਿਹੜੀ ਆਜ਼ਾਦ ਆਵਾਜ਼ ਹੈ ਅਤੇ ਆਜ਼ਾਦ ਜਿਹੜੀ ਉਹਨਾਂ ਦੀ ਨਿਰਪੱਖ ਰਿਪੋਰਟਿੰਗ ਹੈ, ਉਹ ਕਿਸ ਤਰ੍ਹਾਂ ਸਮਾਜ ਦੇ ਅੰਦਰ ਇੱਕ ਆਪਣੀ ਭੂਮਿਕਾ ਅਦਾ ਕਰ ਸਕਦੀ ਹੈ। ਪਰ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਮੌਜੂਦਾ ਸਰਕਾਰਾਂ, ਉਹਨਾਂ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਇਹ ਠੀਕ ਲੱਗਦਾ ਹੈ ਕਿ ਜੋ ਸਰਕਾਰ ਕਹਿੰਦੀ ਹੈ ਸਿਰਫ ਉਹੀ ਮੀਡੀਆ ਵਿੱਚ ਜਾਵੇ, ਜਾਂ ਉਹਦੀ ਆਲੋਚਨਾ ਜਾਂ ਨੀਤੀਆਂ ਦੀ ਆਲੋਚਨਾ, ਜਾਂ ਜਿਹੜੀਆਂ ਨੀਤੀਆਂ ਲੋਕ ਮਾਰੂ ਵੀ ਨੇ ਉਹਨਾਂ ਦੇ ਬਾਰੇ ਵੀ ਕੋਈ ਉਹਨਾਂ 'ਤੇ ਉਂਗਲੀ ਨਾ ਉਠਾਵੇ। ਪਰ ਇਹ ਸਾਰੀ ਸਥਿਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਕੁਝ ਤਾਂ ਹੋਇਆ, ਪਰ ਨਾਲ ਦੀ ਨਾਲ ਉਹਨਾਂ ਨੇ ਮੀਡੀਆ ਦੀ ਪ੍ਰੋਟੈਕਸ਼ਨ ਜਿਹੜੀ ਸੀਗੀ ਕਾਨੂੰਨੀ ਤੌਰ 'ਤੇ ਮਿਲੀ ਹੋਈ ਸੀ, ਜਾਂ ਇੱਕ ਮਿਆਰ ਜਿਹੜੇ ਸੀਗੇ ਮੀਡੀਆ ਦੇ ਵਿੱਚ ਸਥਾਪਿਤ ਕਰਨ ਦੇ ਲਈ ਪ੍ਰੈਸ ਕਾਉਂਸਲ ਆਫ ਇੰਡੀਆ ਬਣੀ ਸੀ, ਚਾਹੇ ਅਖਬਾਰਾਂ ਦੇ ਅੰਦਰ, ਚਾਹੇ ਬਾਅਦ 'ਚ ਇਲੈਕਟ੍ਰੋਨਿਕ ਮੀਡੀਆ ਆਇਆ, ਹੁਣ ਸੋਸ਼ਲ ਮੀਡੀਆ ਆਇਆ, ਤਾਂ ਇਹ ਸਾਰੇ ਦੇ ਵਿੱਚ ਉਸ ਨੂੰ ਕੰਟਰੋਲ ਕਰਨ ਦੇ ਲਈ ਕਿ ਉਹੀ ਆਵਾਜ਼ ਜਾਵੇ ਕਿ ਜਿਹੜੇ ਸਰਕਾਰ ਪੱਖੀ ਜਰਨਲਿਸਟ ਹੈ ਜਾਂ ਸਰਕਾਰ ਦੀ ਆਵਾਜ਼ ਬਣ ਕੇ ਚੱਲਦੇ ਆ, ਉਹਨਾਂ ਨੂੰ ਤਾਂ ਆਜ਼ਾਦੀ ਹੈ ਪੂਰੀ, ਉਸ ਮੀਡੀਆ ਨੂੰ ਵੀ ਆਜ਼ਾਦੀ ਹੈ ਪੂਰੀ। ਆਜ਼ਾਦੀ ਕੀ ਹੈ? ਜੋ ਕੁਛ ਸਰਕਾਰ ਕਹਿੰਦੀ ਹੈ ਕਿ ਉਹ ਉਹਦੀ ਗੱਲ ਕਰੇ। ਜਿਸ ਤਰ੍ਹਾਂ ਕੰਟਰੋਲਡ ਮੀਡੀਆ ਦੀ ਗੱਲ ਕੀਤੀ ਹੈ ਸੌਰਵ ਹੋਣਾ ਨੇ, ਹਰਕਮਲ ਜੀ ਹੋਣਾ ਨੇ ਕੀਤੀ ਹੈ। ਪਰ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਜਿਹੜੀਆਂ ਕੇਂਦਰ ਸਰਕਾਰ ਹੈ ਅਤੇ ਸੂਬਾ ਸਰਕਾਰਾਂ, ਉਹ ਇਹ ਨਹੀਂ ਚਾਹੁੰਦੀਆਂ ਕਿ ਉਹਨਾਂ ਨੂੰ ਕੋਈ ਸਵਾਲ ਕਰੇ। ਉਲਟਾ ਜਿਹੜੇ ਸਵਾਲ ਹੈ ਉਹ ਵਿਰੋਧੀ ਧਿਰ ਨੂੰ ਹੁੰਦੇ ਆ। ਔਰ ਉਸ ਸਥਿਤੀ ਦੇ ਵਿੱਚ ਜਿਹੜਾ ਮੀਡੀਆ ਦੀ ਭੂਮਿਕਾ ਹੈ, ਜਿਹਨੇ ਲੋਕਾਂ ਦੇ ਮੁਸ਼ਕਲਾਂ ਨੂੰ ਉਠਾਉਣਾ, ਲੋਕਾਂ ਦੀ ਆਵਾਜ਼ ਬਣਨਾ, ਲੋਕਾਂ ਦੇ ਮਸਲਿਆਂ ਨੂੰ ਉਠਾਉਣਾ, ਉਹਨਾਂ ਨੂੰ ਉਠਾਉਣ ਦੇ ਲਈ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਂਦੀਆਂ, ਉਹਨਾਂ ਨੂੰ ਰੋਕਿਆ ਜਾਂਦਾ। ਜਿਸ ਤਰ੍ਹਾਂ ਹੁਣ ਪਿੱਛੇ ਸਰਕਾਰ ਨੇ ਵਰਕਿੰਗ ਜਰਨਲਿਸਟ ਐਕਟ ਹੀ ਖਤਮ ਕਰ ਦਿੱਤਾ, ਉਸ ਦੇ ਥਾਂ ਤੇ ਲੇਬਰ ਕੋਡ ਲਾਗੂ ਕਰ ਦਿੱਤਾ। ਵਰਕਿੰਗ ਜਰਨਲਿਸਟ ਐਕਟ ਖਤਮ ਹੋਣ ਦੇ ਨਾਲ ਹੀ ਜਿਹੜਾ ਵੇਜ ਬੋਰਡ ਦਾ ਵੀ ਭੋਗ ਉਹਨਾਂ ਨੇ ਪਾਤਾ, ਪ੍ਰੈਸ ਕਾਉਂਸਲ ਨੂੰ ਵੀ ਕਰਤਾ। ਹੁਣ ਜਿਹੜਾ ਨਵਾਂ ਗੱਲ ਸ਼ੁਰੂ ਹੋਈ ਹੈ, ਪਿਛਲੇ 6 ਮਹੀਨੇ ਤੋਂ ਚੱਲ ਰਹੀ ਹੈ, ਕਿ ਜਿਹੜਾ IT ਰੂਲਸ ਨੇ 2021, ਉਹਨਾਂ ਨੂੰ ਬਦਲਣ ਦੀ ਜਿਹੜੀ ਹੈ ਉਹ ਗੱਲ ਆਈ ਹੋਈ ਹੈ। ਅਤੇ ਉਹ ਬਦਲਿਆ ਇਸ ਢੰਗ ਨਾਲ ਜਾ ਰਿਹਾ ਕਿ ਉਹਦੇ ਚਲਾਉਣ ਦੇ ਲਈ ਇੱਕ ਫੈਕਟ ਜਿਹੜੀ ਚੈੱਕ ਯੂਨਿਟ ਹੈ ਉਹ ਬਣਾਈ ਜਾਏਗੀ ਉਸ ਰੂਲ ਦੇ ਤਹਿਤ, ਜਿਹੜਾ ਪ੍ਰਸਤਾਵਿਤ ਹੈ ਇਹ IT ਰੂਲ ਦੀ ਜਿਹੜੀਆਂ ਤਬਦੀਲੀਆਂ। ਔਰ ਉਹ ਜਿਹੜਾ ਫੈਕਟ ਚੈੱਕ ਯੂਨਿਟ ਹੈ ਉਹਦੇ 'ਚ ਸਿਰਫ 4 ਮੈਂਬਰ ਹੋਣਗੇ। ਉਹ ਚੈੱਕ ਕਰਨਗੇ ਕਿ ਕਿਹੜਾ ਜਿਹੜਾ ਕੰਟੈਂਟ ਹੈ ਉਹ ਜਾਣ ਵਾਲਾ, ਕਿਹੜਾ ਨਹੀਂ ਜਾਣ ਵਾਲਾ। ਉਹਦੇ ਵਿੱਚ 4 ਮੈਂਬਰ ਹੋਣਗੇ, ਇੱਕ ਲੀਗਲ ਮੈਂਬਰ ਹੋਏਗਾ, ਇੱਕ ਕੋਈ ਮੀਡੀਆ ਐਕਸਪਰਟ ਹੋਏਗਾ, ਇੱਕ ਕੋਈ IT ਦਾ ਮਿਨਿਸਟਰੀ ਦਾ ਬੰਦਾ ਹੋਏਗਾ, ਰਿਪਰੈਜ਼ੈਂਟੇਟਿਵ ਹੋਏਗਾ, ਇੱਕ ਇਸ ਤਰ੍ਹਾਂ ਸਟੈਟਿਸਟਿਕ ਮਿਨਿਸਟਰੀ ਦਾ ਹੋਏਗਾ। ਪਰ ਉਹ ਚਾਰੇ ਹੀ ਫੈਸਲਾ ਕਰਨਗੇ। ਅਤੇ ਇਸੇ ਕਰਕੇ ਇਸ ਵੇਲੇ ਜਿਹੜੇ ਬਕਾਇਦਾ ਜਿਹੜੀਆਂ ਪੱਤਰਕਾਰਾਂ ਦੀਆਂ ਜਥੇਬੰਦੀਆਂ ਨੈਸ਼ਨਲ ਲੈਵਲ 'ਤੇ, ਉਹ ਇਸ ਗੱਲ ਨੂੰ ਉਠਾ ਰਹੀਆਂ ਕਿ ਇਹਦੇ ਨਾਲ ਮੀਡੀਆ ਦੇ ਅੰਦਰ ਰੈਗੂਲੇਟ ਕਰਨ ਲਈ ਜਿਹੜਾ ਸੋਸ਼ਲ ਮੀਡੀਆ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਫੇਸਬੁੱਕ ਦੇ ਪੇਜ ਬੰਦ ਕਰ ਦਿੱਤੇ ਜਾਂਦੇ ਆ, ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਆ, ਫਿਰ YouTube ਚੈਨਲ ਬੰਦ ਕਰ ਦਿੱਤੇ ਜਾਂਦੇ ਆ। ਇਸ ਦੀਆਂ ਤਾਜ਼ਾ ਐਗਜ਼ਾਮਪਲਾਂ ਜਿਹੜੀਆਂ
ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਜਿਸ ਦਾ ਜ਼ਿਕਰ ਹਰਕਮਲ ਜੀ ਨੇ ਵੀ ਕੀਤਾ ਕਿ ਕਿਸ ਤਰ੍ਹਾਂ ਜਿਹੜੀਆਂ ਅਖਬਾਰਾਂ ਦੀ ਜਿਹੜੀ ਹੈ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਆ, ਕਿਉਂਕਿ ਅਖਬਾਰਾਂ ਦੀ ਜਿਹੜੀ ਆਰਥਿਕਤਾ ਹੈ ਉਹ ਬੈਕਬੋਨ ਹੈ, ਉਹ ਇਸ਼ਤਿਹਾਰਾਂ ਨਾਲ ਵੀ ਜੁੜੀ ਹੋਈ ਹੈ। ਜਦੋਂ ਕਿ ਸਰਕਾਰਾਂ ਨੇ ਉਹ ਇਸ਼ਤਿਹਾਰ ਜਿਹੜੇ ਹੈ ਉਹ ਇੱਕ ਨੀਤੀ ਦੇ ਤਹਿਤ ਦੇਣੇ ਆ ਕਿ ਕਿਹੜੇ ਲੈਵਲ ਦੇ ਅਖਬਾਰ ਨੂੰ ਕਿੰਨਾ ਦਿੱਤਾ ਜਾਣਾ ਹੈ, ਪਰ ਉਸ ਸਾਰੇ ਦੇ ਬਾਵਜੂਦ ਉਹ ਸਾਰਿਆਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਅਖਬਾਰਾਂ ਦੇ ਜਿਹੜੇ ਨੁਮਾਇੰਦੇ ਹੈ, ਅਖਬਾਰਾਂ ਦੇ ਜਿਹੜੇ ਸਟਾਫਰ ਹੈ, ਉਹਨਾਂ ਦੀਆਂ ਜਿਹੜਾ ਦਾਖਲਾ ਸਰਕਾਰੀ ਥਾਵਾਂ ਤੇ ਬੰਦ ਕਰ ਦਿੱਤਾ ਜਾਂਦਾ ਹੈ। ਸਰਕਾਰੀ ਸੂਚਨਾ ਤੱਕ ਉਹਨਾਂ ਦੀ ਜਿਹੜੀ ਪਹੁੰਚ ਹੈ ਉਸ ਨੂੰ ਰੋਕ ਦਿੱਤਾ ਜਾਂਦਾ ਹੈ। ਇਹ ਅਸੀਂ ਪੰਜਾਬ 'ਚ ਵੀ ਹੁੰਦਾ ਦੇਖ ਰਹੇ ਹਾਂ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਇੱਕੋ ਰਾਹ ਤੇ ਚੱਲ ਰਹੀਆਂ, ਤੇ ਇਹ ਜਿਹੜਾ ਜੋ ਚੱਲ ਰਿਹਾ ਇਸ ਦੇ ਨਾਲ ਜਮਹੂਰੀਅਤ ਵੀ ਜਿਹੜੀ ਹੈ ਉਹ ਵੀ ਕਮਜ਼ੋਰ ਹੋਏਗੀ। ਜਿਹੜਾ ਜਮਹੂਰੀਅਤ ਦਾ ਚੌਥਾ ਥੰਮ ਹੈ ਉਹ ਤਾਂ ਜਿਸ ਤਰ੍ਹਾਂ ਹਰਕਮਲ ਜੀ ਨੇ ਕਿਹਾ ਕਿ ਉਹਨੂੰ ਡੇਗਣ ਦੇ ਜਿਹੜੇ ਯਤਨ ਹੋ ਰਹੇ ਆ ਤੇ ਉਹਦੇ ਉੱਤੇ ਆਖਰੀ ਹੱਲਾ ਬੋਲਣ ਦੀ ਵੀ ਜਿਹੜੀ ਤਿਆਰੀ ਹੈ ਉਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ IT ਰੂਲ ਦੇ ਵਿੱਚ ਸੋਧ ਕਰਕੇ। ਸੋ ਇਸ ਕਰਕੇ ਲੋੜ ਇਸ ਵੇਲੇ ਹੈ ਕਿ ਜਿਹੜਾ ਜਿੰਨੇ ਵੀ ਜਮਹੂਰੀਅਤ ਪਸੰਦ ਲੋਕ ਹੈ, ਸੰਵਿਧਾਨ ਦੀ ਰਾਖੀ ਦੀ ਕੰਮ ਕਰਨ ਵਾਲੇ ਲੋਕ ਹੈ, ਦੇਸ਼ ਦੇ ਹਿੱਤਾਂ 'ਚ ਕੰਮ ਕਰਨ ਵਾਲੇ ਲੋਕ ਹੈ, ਉਹ ਸਾਰੇ ਇਸ ਦੇ ਆਵਾਜ਼ ਨੂੰ ਜਿਹੜਾ ਉੱਚੀ ਚੱਕਣ, ਤਾਂ ਜੋ ਜਿਹੜਾ ਇਹ ਮੀਡੀਆ ਦੀ ਆਜ਼ਾਦੀ ਹੈ, ਪ੍ਰੈਸ ਦੀ ਆਜ਼ਾਦੀ ਹੈ, ਉਹ ਬਣੀ ਰਹੇ, ਬਚੀ ਰਹੇ। ਜੀ ਹਰਕਮਲ ਜੀ, ਜਿਸ ਮੁੱਦੇ ਤੇ ਦੇਖੋ ਜੰਡੂ ਸਾਹਿਬ ਨੇ ਵੀ ਜਿੱਦਾਂ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਜਿਹੜਾ ਬੜੇ ਯੋਜਨਾਬੱਧ ਢੰਗ ਨਾਲ ਮੀਡੀਆ ਤੇ ਅਟੈਕ ਕੀਤਾ ਜਾ ਰਿਹਾ ਹੈ, ਮੀਡੀਆ ਦੀਆਂ ਜਿਹੜੀਆਂ ਸੰਸਥਾਵਾਂ, ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਤੋੜਿਆ ਭੰਨਿਆ ਜਾ ਰਿਹਾ। ਇਹਦੇ ਪਿਛੋਕੜ 'ਚ ਕਿਧਰੇ ਇਹ ਵੀ ਹੈ ਕਿ ਅਕਸਰ ਜਦੋਂ ਜਿੱਦਾਂ ਚਾਹੁੰਦੇ ਆ ਨੇਤਾ ਲੋਕ, ਫਾਰ ਐਗਜ਼ਾਮਪਲ ਕਿ ਨੇਤਾ ਕਹਿੰਦਾ ਕਿ ਮੇਰਾ ਕੰਮ ਬੋਲਦਾ ਹੈ, ਮੀਡੀਆ ਕਹਿੰਦਾ ਕਿ ਨੇਤਾ ਕੁਫਰ ਤੋਲਦਾ ਹੈ। ਇਸ ਮੁੱਦੇ ਦੇ ਉੱਤੇ ਆ ਕੇ ਵੀ ਜਿਹੜਾ ਚਾਹੁੰਦੇ ਆ ਕਿ ਕਿਸ ਤਰੀਕੇ ਨਾਲ ਮੀਡੀਆ ਨੂੰ ਬੰਦ ਕਰਾਇਆ ਜਾਵੇ, ਕਿਉਂਕਿ ਉਹੀ ਕੁਝ ਪ੍ਰਿੰਟ ਹੋਵੇ, ਉਹੀ ਕੁਝ ਮੀਡੀਆ ਦਿਖਾਇਆ ਜਾਵੇ ਜੋ ਨੇਤਾ ਦਾ ਕੁਫਰ ਬੋਲਿਆ ਜਾ ਰਿਹਾ ਹੈ। ਲੱਗਦਾ ਕਿ ਉਸ ਨੂੰ ਦਬਾਉਣ ਲਈ, ਉਸ ਨੂੰ ਲੁਕਾਉਣ ਲਈ ਸਾਰੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ। ਹਰਕਮਲ ਜੀ। ਬਿਲਕੁਲ ਠੀਕ ਹੈ ਤੁਹਾਡੀ ਗੱਲ ਜਗਤਾਰ ਜੀ। ਸਰਕਾਰਾਂ ਦੀ ਸੋਚ ਇਹ ਹੈਗੀ ਹੈ ਕਿ ਜੋ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਹਾਂ ਉਹ ਮੀਡੀਆ ਤੱਕ ਜਾਏ। ਔਰ ਅਫਸੋਸਨਾਕ ਗੱਲ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ ਉਹ ਇਹ ਵੀ ਕਿ ਮੀਡੀਆ ਦਾ ਜਿਸ ਢੰਗ ਦੇ ਨਾਲ ਮਗਰਲੇ ਕੁਝ ਸਾਲਾਂ ਤੋਂ ਵਪਾਰੀਕਰਨ ਹੋ ਰਿਹਾ ਹੈ, ਉਹਦੇ ਕਰਕੇ ਮੀਡੀਆ 'ਚ ਵੀ ਜਿਹੜੀਆਂ ਕਮਜ਼ੋਰੀਆਂ ਆਣੀਆਂ ਨੇ ਉਹ ਵੀ ਲਾਜ਼ਮੀ ਸਨ, ਜਿਹੜੀਆਂ ਕਿ ਸਾਡੇ 'ਚ ਵੀ ਕਮਜ਼ੋਰੀਆਂ ਆਈਆਂ। ਜਿਵੇਂ ਜੰਡੂ ਜੀ ਨੇ ਕੁਝ ਇਸ਼ੂਜ਼ ਰੇਜ਼ ਕੀਤੇ ਨੇ ਕਿ ਕਿਵੇਂ ਸਰਕਾਰਾਂ ਕਾਨੂੰਨ ਬਦਲ ਰਹੀਆਂ। ਤੁਸੀਂ ਦੇਖੋ ਕਿ ਜਿੰਨੇ ਮੀਡੀਆ ਹਾਊਸਸ ਸਾਡੇ ਹੈਗੇ ਨੇ ਉਹ ਇਹਦੇ ਲਈ ਕੋਈ ਪ੍ਰੋਟੈਸਟ ਨਹੀਂ ਕਰ ਰਹੇ। ਵਰਕਿੰਗ ਜਰਨਲਿਸਟ ਜ਼ਰੂਰ ਕਰ ਰਹੇ ਹੋਣਗੇ ਮਾੜਾ ਮੋਟਾ, ਔਰ ਜਿਹੋ ਜਿਹੀ ਇੱਕ ਸਟਰੈਂਥ ਹੁੰਦੀ ਸੀ ਪਹਿਲਾਂ ਜਰਨਲਿਸਟਾਂ ਦੀ, ਜਿਹੋ ਜਿਹੀ ਯੂਨਿਟੀ ਸੀ, ਉਹ ਅੱਜ ਦੀ ਡੇਟ 'ਚ ਨਜ਼ਰ ਨਹੀਂ ਆ ਰਹੀ। ਮੈਨੂੰ ਲੱਗਦਾ ਕਿ ਇਸ ਢੰਗ ਦੇ ਨਾਲ ਜੇ ਸਰਕਾਰਾਂ ਲੱਗੀਆਂ ਰਹੀਆਂ, ਔਰ ਜਿਵੇਂ ਦੀ ਸਰਕਾਰਾਂ ਦੀ ਇਹ ਸੋਚ ਹੈਗੀ ਹੈ ਕਿ ਜਵਾਬਦੇਹੀ ਜਿਹੜੀ ਹੈ ਉਹ ਖਤਮ ਕੀਤੀ ਜਾਏ, ਸਰਕਾਰਾਂ ਕਿਸੇ ਗੱਲ ਲਈ ਜਵਾਬ ਦੇਣ ਲਈ ਤਿਆਰ ਨਹੀਂ ਹੈਗੀਆਂ, ਔਰ ਜੇ ਮੀਡੀਆ ਉਹਨਾਂ ਨੂੰ ਇਹ ਪੁੱਛੇਗਾ ਤੇ ਉਹਦਾ ਸਰਕਾਰਾਂ ਵੱਲੋਂ ਵਿਰੋਧ ਹੋਣਾ ਲਾਜ਼ਮੀ ਹੈ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਣਾ। ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਐਡਵੋਕੇਟ ਜਨਰਲ ਦਾ ਇਸ਼ੂ ਆਇਆ ਸਾਡੇ ਇੱਥੇ, ਅਖਬਾਰਾਂ 2-4 ਨੇ ਰੇਜ਼ ਕੀਤਾ। ਗਵਰਨਮੈਂਟ ਬਿਲਕੁਲ ਖਾਮੋਸ਼ ਹੈ, ਕੋਈ ਉਹਦੇ ਤੇ ਬੋਲਿਆ ਨਹੀਂ, ਕੋਈ ਉਹਦਾ ਜਵਾਬ ਨਹੀਂ ਦੇ ਰਿਹਾ, ਕੋਈ ਉਹਦੀ ਜਾਂਚ ਕਰਾਉਣ ਦੀ ਗੱਲ ਨਹੀਂ ਕਰ ਰਿਹਾ। ਇਹਦੇ ਤੋਂ ਪਹਿਲਾਂ 1 ਸਾਲ ਦਾ ਰੌਲਾ ਪੈ ਰਿਹਾ ਹੈਗਾ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਜਿਹੜੀ ਸੀ ਉਹਨੂੰ ਵਾਪਸ ਲੈਣ ਦਾ ਸਰਕਾਰੀ ਤੌਰ ਤੇ ਜਿਹੜਾ ਐਲਾਨ ਕੀਤਾ ਗਿਆ, ਔਰ ਜਿਵੇਂ ਉਹਨੂੰ ਪਬਲਿਸਾਈਜ਼ ਕੀਤਾ ਗਿਆ, ਉਹਦੇ ਲਈ ਜ਼ਿੰਮੇਵਾਰ ਕੌਣ ਸੀ? ਕੋਈ ਸਰਕਾਰ ਵੱਲੋਂ ਜਵਾਬ ਨਹੀਂ। ਮੈਨੂੰ ਇਹ ਲੱਗਦਾ ਕਿ ਸਰਕਾਰਾਂ ਇਹ ਚਾਹੁੰਦੀਆਂ ਕਿ ਜਿਨ੍ਹਾਂ ਚੀਜ਼ਾਂ ਦਾ ਅਸੀਂ ਜਵਾਬ ਨਹੀਂ ਦੇਣਾ, ਮੀਡੀਆ ਸਾਨੂੰ ਉਹਨਾਂ ਬਾਰੇ ਬੋਲਣ ਲਈ ਮਜਬੂਰ ਨਾ ਕਰੇ, ਸਾਨੂੰ ਸਵਾਲ ਨਾ ਕਰੇ। ਔਰ ਇਹ ਜਿਹੜਾ ਡਿਕਟੇਟਰਾਨਾ ਕਿਸਮ ਦਾ ਸਾਡੇ ਮੁਲਕ ਦੇ ਵਿੱਚ ਰੁਝਾਨ ਆ ਰਿਹਾ ਹੈ ਸਰਕਾਰਾਂ ਦੇ ਵਿੱਚ, ਮੈਨੂੰ ਲੱਗਦਾ ਕਿ ਇਹ ਬੜਾ ਖਤਰਨਾਕ ਹੈ, ਔਰ ਇਹ ਮੀਡੀਆ ਦੀ ਆਜ਼ਾਦੀ ਲਈ ਬਹੁਤ ਮਾੜਾ ਸਾਬਤ ਹੋਏਗਾ। ਜੀ ਹਰਕਮਲ ਜੀ, ਮੀਡੀਆ ਦੀ ਆਜ਼ਾਦੀ ਲਈ ਮਾੜਾ ਤਾਂ ਸਾਬਤ ਹੋਏਗਾ ਹੀ। ਇਸ ਮੁੱਦੇ ਤੇ ਸੌਰਵ ਦੁੱਗਲ, ਮੈਂ ਅਹਿਮ ਸਵਾਲ ਤੁਹਾਡੇ ਕੋਲੋਂ ਵੀ ਲੈਣਾ ਚਾਹੁੰਦਾ ਹਾਂ। ਜੀ ਸਰ। ਮੀਡੀਆ ਦੇ ਨਾਲ ਨਾਲ ਮੈਂ ਸਮਝਦਾ ਸਾਡੇ ਸਮਾਜ ਲਈ ਵੀ ਬਹੁਤ ਮਾੜਾ ਸਾਬਤ ਹੋਏਗਾ। ਸੌਰਵ ਦੁੱਗਲ, ਮੈਂ ਦੇਖਿਆ ਪਿਛਲੇ ਦਿਨ ਤੁਸੀਂ ਖੁਦ ਵੀ ਜਦੋਂ ਜਿਹੜੇ ਪਹਿਲਵਾਨਾਂ ਦੇ ਮੁੱਦਿਆਂ ਦੇ ਉੱਤੇ ਜਿਸ ਤਰੀਕੇ ਨਾਲ ਇੱਕ ਸੈਕਸ ਸਕੈਂਡਲ ਹੋਇਆ ਉਸ ਨੂੰ ਕਵਰ ਕੀਤਾ, ਭਾਂਡਾ ਭੰਨਿਆ, ਇੰਦਾ ਹੀ ਜਿਹੜਾ ਬਹੁਤ ਵੱਡੇ ਕਈ ਵੱਡੇ ਸਕੈਂਡਲ ਹੈ ਜਿਹੜੇ ਮੀਡੀਆ ਨੇ ਐਕਸਪੋਜ਼ ਕੀਤੇ
ਜੇ ਮੀਡੀਆ ਦਬ ਜਾਏਗਾ ਤਾਂ ਸਮਾਜ 'ਚ ਕਿਹੋ ਜਿਹੀਆਂ ਇੱਦਾਂ ਦੀਆਂ ਕ੍ਰਿਤੀਆਂ ਦਾ ਭਾਂਡਾ ਕੌਣ ਭੰਨੇਗਾ? ਕਿਵੇਂ ਦੇਖਦੇ ਹੋ ਇਸ ਮੁੱਦੇ 'ਤੇ? ਕਿਉਂਕਿ ਬਹੁਤ ਕੁਝ ਮੀਡੀਆ ਨੇ ਸਮਾਜ ਦੀ ਬਿਹਤਰੀ ਦੇ ਲਈ ਕੀਤਾ ਹੈ ਤੇ ਉਹ ਸਾਰੇ ਕੁਝ 'ਤੇ ਪੋਚਾ ਫੇਰਿਆ ਜਾ ਰਿਹਾ ਲੱਗਦਾ। ਸੌਰਵ ਦੁੱਗਲ ਜੀ, ਇਸ ਮੁੱਦੇ 'ਤੇ। हाँ जी सर, क्योंकि देखो सर, मैं क्योंकि दोनों मेरे सीनियर हरकंवल सर और झंडू सर, मैं बिल्कुल ਉਹਨਾਂ ਦੀ ਗੱਲ ਤੇ ਸਹਿਮਤ ਹਾਂ। ਕਿਉਂਕਿ ਅਗਰ ਆਪਾਂ ਜਿਹੜਾ ਸਰਕਾਰ ਜਿਹੜੀ ਚੀਜ਼ ਚਾਹੁੰਦੀ ਹੈ ਕਿ ਉਹੀ ਲਿਖਿਆ ਜਾਏ, ਫਿਰ ਉਹ ਤਾਂ ਫਿਰ ਇੰਡੀਪੈਂਡੈਂਟ ਮੀਡੀਆ ਨਹੀਂ ਰਿਹਾ, ਉਹ ਤਾਂ ਸ਼ਾਹੀ ਮੀਡੀਆ ਹੋ ਗਿਆ। ਕਿ ਵੀ ਠੀਕ ਹੈ ਬਈ ਸ਼ਾਹੀ ਮੀਡੀਆ, ਇਹ ਸ਼ਾਹੀ ਫਰਮਾਨ ਹੋਇਆ, ਉਹ ਲੋਕਾਂ ਕੋਲ ਚਲੇ ਜਾਓ, ਤਾਂ ਫਿਰ ਜਿਹੜੀ ਲੋਕਾਂ ਨੂੰ ਫਿਰ ਮੀਡੀਆ ਦੀ ਜ਼ਰੂਰਤ ਹੀ ਨਹੀਂ ਪਏਗੀ, ਕਿਉਂਕਿ ਫਿਰ ਤਾਂ ਉਹ ਸਰਕਾਰ ਆਪਣੇ ਆਪ ਹੀ ਕੰਮ ਕਰ ਲੇਗੀ। ਲੇਕਿਨ ਮੀਡੀਆ ਦਾ ਤਾਂ ਰੋਲ ਹੈ ਕਿ ਆਲੋਚਨਾ ਕਰਨੀ ਹੈ, ਕਿੱਥੇ ਕੰਮ 'ਚ ਦਿੱਕਤ ਆ ਰਹੀ ਹੈ, ਕਿਤੇ ਲੋਕਾਂ ਨੂੰ ਤਕਲੀਫ ਆ ਰਹੀ ਹੈ, ਤਾਂ ਇਹ ਮੀਡੀਆ ਨੂੰ ਬਰਕਰਾਰ ਰੱਖਣਾ ਪਏਗਾ। ਔਰ ਇਹ ਗੱਲ ਠੀਕ ਹੈ, ਜਿਸ ਤਰ੍ਹਾਂ ਸਰ ਨੇ ਵੀ ਕਿਹਾ, ਹਰਕੰਵਲ ਸਰ ਨੇ, ਕਿ ਥੋੜੀ ਸਾਨੂੰ ਵੀ ਦੇਖਣੀ ਪਏਗੀ ਕਿਤੇ ਨਾ ਕਿਤੇ ਮੀਡੀਆ 'ਚ ਵੀ ਪ੍ਰੋਬਲਮ ਆ ਰਹੀ ਹੈ। ਤਾਂ ਉਹ ਜਿਹੜੀ ਮੀਡੀਆ ਦੀ ਪ੍ਰੋਬਲਮਸ ਹੈਗੀ ਹੈ, ਉਹ ਕਿਤੇ ਨਾ ਕਿਤੇ ਵੀ ਅਗਰ ਇੱਕ ਡੈਟੋਰੇਸ਼ਨ ਹੋਈ ਹੈ, ਤਾਂ ਸਾਨੂੰ ਸਿਰਫ ਇਹ ਦੇਖਣਾ ਚਾਹੀਦਾ ਕਿ ਸਾਡੇ ਵੱਲੋਂ ਕੋਈ ਗਲਤੀ ਨਾ ਹੋਏ, ਜਾਂ ਸਾਨੂੰ ਕਿਤੇ ਨਾ ਕਿਤੇ ਆਪਣੇ ਆਪ ਨੂੰ ਚੇਂਜ ਕਰਨ ਦੀ ਲੋੜ ਹੈ। ਲੇਕਿਨ ਅਗਰ ਇੱਕ ਓਵਰਆਲ ਜਿਹੜਾ ਸੈਟਅਪ ਦੀ ਗੱਲ ਹੈ ਮੀਡੀਆ, ਤਾਂ ਉਹ ਮੀਡੀਆ ਜਿਹੜਾ ਹੈ, ਉਹ ਜਿਹੜੀ ਇੱਕ ਮਿਰਰ ਹੈ, ਉਹਨੇ ਤਾਂ ਸੋਸਾਇਟੀ ਨੂੰ ਵੀ ਮਿਰਰ ਦਿਖਾਣਾ ਹੈ ਔਰ ਸਰਕਾਰ ਨੂੰ ਵੀ ਮਿਰਰ ਦਿਖਾਣਾ ਹੈ ਜੀ, ਕਿ ਵੀ ਤੁਸੀਂ ਕੰਮ ਕੀਤਾ ਹੈਗਾ, ਔਰ ਇਹ ਉਹਦੇ ਇੰਨੇ ਪੁਆਇੰਟਸ ਠੀਕ ਹੈ, ਇੰਨੇ ਪੁਆਇੰਟ ਉਹਦੇ ਗਲਤ ਹੈ। ਤਾਂ ਮੀਡੀਆ ਦਾ ਕੰਮ ਤਾਂ ਜਿਹੜਾ ਇੱਕ ਮਿਰਰ ਦਾ ਕੰਮ ਹੈ, ਤਾਂ ਉਹ ਜਦੋਂ ਤੱਕ ਮੀਡੀਆ ਕਰਦਾ ਰਹੇਗਾ, ਉਸ ਟਾਈਮ ਤੱਕ ਡੈਮੋਕ੍ਰੇਸੀ ਬਚੀ ਰਹੇਗੀ। ਨਹੀਂ ਤਾਂ ਸਰ, ਇਹ ਮੈਂ ਪਹਿਲੇ ਵੀ ਕਿਹਾ ਸੀ ਕਿ ਇਹ ਨਹੀਂ ਤਾਂ ਡਿਕਟੇਟਰਸ਼ਿਪ ਦੇ ਇੱਕ ਸਟੈਪਸ ਹੈ। ਕਿ ਵੀ ਸਭ ਤੋਂ ਪਹਿਲੇ ਕੀ ਹੈ ਵੀ ਮੀਡੀਆ ਦੀ ਆਵਾਜ਼ ਬੰਦ ਕਰ ਦੋ, ਉਹਦੇ ਬਾਅਦ ਫਿਰ ਪਬਲਿਕ ਨੂੰ ਵੀ ਹੋਏਗਾ ਵੀ ਤੁਸੀਂ ਵੀ ਫ੍ਰੀ ਸਪੀਚ ਨਹੀਂ ਕਰ ਸਕਦੇ, ਤੁਹਾਨੂੰ ਵੀ ਸ਼ਾਹੀ ਫਰਮਾਨ ਇਸ਼ੂ ਹੋਏਗਾ, ਉਹੀ ਤੁਸੀਂ ਬੋਲਣਾ ਹੈ। ਅਗਲੀ ਵਾਰ ਹੋ ਜਾਏਗਾ ਵੀ ਧਰਨੇ ਵੀ ਨਹੀਂ ਕਰਨੇ, ਫਿਰ ਸਟੂਡੈਂਟਸ ਨੂੰ ਹੋ ਜਾਏਗਾ ਵੀ ਤੁਸੀਂ ਵੀ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰਨਾ। ਤਾਂ ਫਿਰ ਤਾਂ ਇੱਕ ਮਿਊਟ ਸਪੈਕਟੇਟਰ ਜਿਹੜਾ, ਉਹ ਸਭ ਤੋਂ ਡੇਂਜਰਸ ਹੈ ਸਰ ਸੋਸਾਇਟੀ ਵਾਸਤੇ। ਤਾਂ ਅਗਰ ਮੀਡੀਆ ਵੀ ਮਿਊਟ ਹੋ ਗਿਆ, ਤਾਂ ਫਿਰ ਤਾਂ ਉਹ ਨਾ ਦੇ ਬਰਾਬਰ ਵਾਲੀ ਗੱਲ ਹੈ, ਔਰ ਉਹ ਡੇਂਜਰਸ ਕੰਮ ਹੈ ਫਿਰ। ਦੁੱਗਲ, ਇੱਕ ਸਵਾਲ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਛੋਟਾ ਜਿਹਾ ਇੱਕ ਸਵਾਲ ਹੋਰ ਜ਼ਰੂਰ ਲੈਣਾ ਚਾਹਾਂਗਾ। ਜੀ ਸਰ। ਕਿਹਾ ਇਹ ਜਾਂਦਾ ਸਾਡੇ ਜਿਹੜੇ ਆਗੂ ਹੈ ਸਰਕਾਰਾਂ ਵੱਲੋਂ ਕਿ ਮੀਡੀਆ ਦਾ ਬੜਾ ਸਤਿਕਾਰ ਹੈ, ਮੀਡੀਆ ਤਾਂ ਡੈਮੋਕ੍ਰੇਸੀ ਬਚੀ ਵੀ ਹੈ। ਕੀ ਲੱਗਦਾ ਫਿਰ ਇਹ ਦੰਭ ਹੈ ਜਾਂ ਡਬਲ ਦੂਰਾ ਫੇਸ ਹੈ ਕਿ ਮੀਡੀਆ 'ਚ ਕੁਝ ਹੋਰ ਕਿਹਾ ਜਾਂਦਾ, ਪ੍ਰੈਕਟੀਕਲ ਤੌਰ ਤੇ ਚਾਹੁੰਦੇ ਕੁਝ ਹੋਰ ਆ ਸਾਡੇ ਆਗੂ? ਸਰ, ਕਿਉਂਕਿ ਇਹ ਤਾਂ ਬਿਲਕੁਲ ਇੱਕ ਹਿਊਮਨ ਟੈਂਡੈਂਸੀ ਦੇ ਹਿਸਾਬ ਨਾਲ ਕੰਮ ਹੈ ਕਿ ਵੀ ਆਲੋਚਨਾ ਕਿਸੇ ਨੂੰ ਵੀ ਪਸੰਦ ਨਹੀਂ ਹੈ। ਲੇਕਿਨ ਜਿਹੜੀ ਸਰਕਾਰ ਹੈ, ਉਹਨਾਂ ਦੀ ਰਿਸਪੌਂਸਿਬਿਲਿਟੀ ਬਹੁਤ ਵੱਡੀ ਹੋ ਜਾਂਦੀ ਹੈ, ਉਹ ਵੱਡੇ ਪੱਧਰ ਤੇ ਹੈ, ਉਹ ਇੱਕ ਇੰਡੀਵਿਜੂਅਲ ਨਹੀਂ ਹੈ। ਇੰਡੀਵਿਜੂਅਲ ਤਾਂ ਚਲੋ ਕਹਿ ਸਕਦਾ ਕਿ ਮੈਨੂੰ ਆਲੋਚਨਾ ਨਹੀਂ ਪਸੰਦ, ਲੇਕਿਨ ਸਰਕਾਰ ਨਹੀਂ ਕਹਿ ਸਕਦੀ, ਕਿਉਂਕਿ ਸਰਕਾਰ ਉਸ ਸਟੇਟ ਦੀ, ਉਸ ਸੂਬੇ ਦੀ ਇਲੈਕਟਿਡ ਗਵਰਨਮੈਂਟ ਹੈ। ਉਹ ਲੋਕਾਂ ਨੂੰ ਵਾਅਦਾ ਕਰਕੇ ਆਈ ਹੈ, ਔਰ ਫਿਰ ਉਸ ਵਾਅਦੇ ਤੇ ਉਹ ਖਰੀ ਉਤਰ ਰਹੀ ਹੈ ਨਹੀਂ ਉਤਰ ਰਹੀ, ਉਹ ਫਿਰ ਮੀਡੀਆ ਵਾਚਡੌਗ ਦਾ ਕੰਮ ਕਰਦਾ ਹੈ। ਤਾਂ ਇਹ ਸਿਰਫ ਇਹ ਕਹਿੰਦੇ ਹੈ ਕਿ ਵੀ ਅਸੀਂ ਵੀ ਮੀਡੀਆ ਇੰਡੀਪੈਂਡੈਂਟ ਹੈ, ਮੀਡੀਆ ਤੇ ਅਸੀਂ ਕੋਈ ਪ੍ਰੈਸ਼ਰ ਨਹੀਂ ਪਾ ਰਹੇ, ਤਾਂ ਉਹ ਫਿਰ ਇੱਕ ਤਰੀਕੇ ਨਾਲ ਬਈ ਦੋਗਲੀ ਗੱਲ ਹੈ, ਕਿਉਂਕਿ ਉਹ ਰਿਐਲਿਟੀ ਨਹੀਂ ਹੈ। ਕਿਉਂਕਿ ਠੀਕ ਹੈ, ਜਿਹੜਾ ਸਾਡਾ ਸੈਟਅਪ ਹੈ, ਉਹ ਕਿਤੇ ਨਾ ਕਿਤੇ ਮੀਡੀਆ ਜਿਹੜਾ ਹੈ ਐਡਵਰਟਾਈਜ਼ਰ ਦੇ ਨਾਲ ਜ਼ਰੂਰ ਜੁੜਿਆ ਹੋਇਆ ਹੈ। ਤਾਂ ਉਹ ਫਿਰ ਇਹ ਡਾਇਰੈਕਟਲੀ ਨਹੀਂ, ਫਿਰ ਇਨਡਾਇਰੈਕਟਲੀ ਤੰਗ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਕਿ ਠੀਕ ਹੈ ਵੀ ਜਾਂ ਤਾਂ ਇਹਨਾਂ ਦਾ ਇਸ਼ਤਿਹਾਰ ਰੋਕ ਲਓ, ਇਹਨਾਂ ਨੂੰ ਫਾਈਨੈਂਸ਼ੀਅਲੀ ਤੰਗ ਕਰੋ, ਕਿਉਂਕਿ ਅਗਰ ਬਈ ਕਿਤੇ ਨਾ ਕਿਤੇ ਅਗਰ ਇਹਨਾਂ ਦੇ ਫਾਈਨੈਂਸਿਸ ਨੂੰ ਰੋਕ ਲਿਆ, ਤਾਂ ਉਸ ਪਾਰਟਿਕੂਲਰ ਆਰਗੇਨਾਈਜੇਸ਼ਨ ਨੂੰ, ਮੀਡੀਆ ਆਰਗੇਨਾਈਜੇਸ਼ਨ ਨੂੰ ਤਕਲੀਫ ਹੋਏਗੀ, ਔਰ ਉਹ ਸਰਕਾਰ ਦੀ ਫਿਰ ਗੱਲ ਮੰਨਣ ਨੂੰ ਇੱਕ ਮਜਬੂਰ ਹੋਏਗਾ। ਜੀ ਜਿੰਦੂ ਸਰ, ਜਿਸ ਤਰੀਕੇ ਨਾਲ ਦੁੱਗਲ ਜੀ ਜਿਸ ਮੁੱਦੇ ਤੇ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ, ਇੱਕ ਵੱਡਾ ਸਵਾਲ ਪੋਲੀਟੀਕਲ ਪਾਰਟੀਆਂ ਬਾਰੇ ਇਹ ਵੀ ਬਣਦਾ ਕਿ ਜਦੋਂ ਸੱਤਾ 'ਚ ਹੁੰਦੀਆਂ ਤਾਂ ਉਹਨਾਂ ਦੀ ਬੋਲੀ ਹੋਰ ਹੁੰਦੀ ਹੈ, ਜਦੋਂ ਵਿਰੋਧੀ ਧਿਰ 'ਚ ਹੁੰਦੀਆਂ ਤਾਂ ਬੋਲੀ ਹੋਰ ਹੁੰਦੀ ਹੈ। ਉਹਨਾਂ ਦਾ ਮੀਡੀਆ ਦੇ ਨਾਲ ਮੁਹੱਬਤ ਤੇ ਵਰਤਾਅ ਦਾ ਤਰੀਕਾ ਹੀ ਬਦਲ ਜਾਂਦਾ, ਪਹਿਲਾਂ ਦਾ ਵਰਤਾਅ ਤੇ ਬਾਅਦ ਦਾ ਵਰਤਾਅ, ਕਿ ਆਖਰ ਜਿਹੜੀਆਂ ਆਪਣੇ ਮੰਤਵ ਨੂੰ ਜਿੱਦਾਂ ਕਿਹਾ ਜਾਂਦਾ ਕਿ ਮੀਡੀਆ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਸਿਰਫ ਇੱਕੋ ਇੱਕ ਨਿਸ਼ਾਨਾ ਹੁੰਦਾ ਪੋਲੀਟੀਕਲ ਪਾਰਟੀਆਂ ਦਾ। ਬਿਲਕੁਲ ਇਹੀ ਕਰਦੀਆਂ ਪੋਲੀਟੀਕਲ ਪਾਰਟੀਆਂ। ਸਾਡਾ ਬੜਾ ਲੰਬੇ ਤਜਰਬੇ ਤੋਂ ਤੁਸੀਂ ਵੀ ਦੇਖਿਆ ਤੇ ਹਰਕੰਵਲ ਜੀ ਨੇ ਵੀ ਦੇਖਿਆ, ਸੌਰਵ ਦੁੱਗਲ ਹੋਣਾ ਵੀ ਦੇਖਿਆ ਕਿ ਜਦੋਂ ਤਾਂ ਸੱਤਾ ਤੋਂ ਬਾਹਰ ਹੁੰਦੀ ਹੈ ਜਿਹੜੀ ਪਾਰਟੀ, ਉਦੋਂ ਤਾਂ ਉਹਨੂੰ ਲੱਗਦਾ ਹੈ ਕਿ ਮੀਡੀਆ ਦੇ ਕੋਲ ਵੀ ਰਵੇ ਤੇ ਮੀਡੀਆ ਦੀ ਸਾਰੀ ਗੱਲ ਵੀ ਸੁਣੇ ਤੇ ਮੀਡੀਆ ਉਹਨਾਂ ਦੀ ਗੱਲ ਵੀ ਚੁੱਕੇ ਲੈ ਕੇ ਜਾਵੇ।
ਪਰ ਜਦੋਂ ਸੱਤਾ 'ਚ ਆ ਜਾਂਦੀ ਹੈ ਤਾਂ ਉਹੀ ਮੀਡੀਆ ਉਹਨੂੰ ਮਾੜਾ ਲੱਗਣ ਲੱਗ ਜਾਂਦਾ ਹੈ। ਫਿਰ ਉਸੇ ਮੀਡੀਆ ਨੂੰ ਉਹ ਮਿਲਣਾ ਵੀ ਨਹੀਂ ਚਾਹੁੰਦੇ। ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਕੁ ਦੂਰੀ ਬਣਾ ਕੇ ਰੱਖੀ ਜਾਵੇ ਉਹ ਚੰਗੀ ਹੈ, ਤੇ ਜਿੰਨਾ ਉਹਨਾਂ ਦੀ ਲੋੜ ਹੈ ਉਹਦੇ ਮੁਤਾਬਕ ਉਹ ਆਪਣੇ ਜਿਹੜੇ ਉਹਨਾਂ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ, ਦੂਸਰੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈ, ਉਹਨਾਂ ਦੇ ਰਾਹੀਂ ਉਹ ਆਪਣਾ ਜਿੰਨਾ ਕੁ ਉਹਨਾਂ ਨੂੰ ਲੋੜ ਹੈ ਉਹਦੇ ਮੁਤਾਬਕ ਉਹ ਆਪਣੀ ਗੱਲ ਜਿਹੜੀ ਹੈ ਕਹਿ ਦੇਣ ਤੇ ਮੀਡੀਆ ਤੱਕ ਪਹੁੰਚਾ ਦੇਣ। ਪਰ ਜਿੱਥੇ ਕਿਤੇ ਇੱਦਾਂ ਦੀ ਗੱਲ ਆਉਂਦੀ ਹੈ ਉੱਥੇ ਆਣ ਕੇ ਹੀ ਜਿਹੜੀ ਹੈ ਉਹਨਾਂ ਦੀ ਇੱਕ ਵਿਰੋਧ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਸੱਤਾ 'ਚ ਹੈ ਉਹਦਾ ਕੀ ਭੂਮਿਕਾ ਹੈ, ਔਰ ਜਦੋਂ ਉਹ ਸੱਤਾ ਤੋਂ ਬਾਹਰ ਨੇ ਤਾਂ ਉਹਦਾ ਮੀਡੀਆ ਪ੍ਰਤੀ ਕੀ ਪਹੁੰਚ ਹੈ। ਸੋ ਇਸ ਦਾ ਅਸੀਂ ਦੇਖਦੇ ਹਾਂ ਕਿ ਹੁਣ ਜੇ ਭਾਰਤੀ ਜਨਤਾ ਪਾਰਟੀ ਹੁਣ ਸੱਤਾ 'ਚ ਹੈ ਤਾਂ ਜਿਸ ਸਮੇਂ ਇਹ ਸੱਤਾ ਤੋਂ ਬਾਹਰ ਸੀਗੀ ਜਾਂ ਐਮਰਜੈਂਸੀ ਦੇ ਵਿੱਚ ਜਦੋਂ ਬਕਾਇਦਾ ਮੀਡੀਆ ਦੇ ਉੱਤੇ ਸੈਂਸਰਸ਼ਿਪ ਲੱਗੀ ਸੀ ਤਾਂ ਐਡਾ ਵੱਡਾ ਅੰਦੋਲਨ ਜਿਹੜਾ ਸੀਗਾ ਉਹ ਮੀਡੀਆ ਦੇ ਹੱਕ ਦੇ ਵਿੱਚ ਉਹ ਕੀਤਾ ਗਿਆ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਉਹੀ ਭਾਰਤੀ ਜਨਤਾ ਪਾਰਟੀ ਜਦੋਂ ਵੱਡੀ ਬਹੁ ਗਿਣਤੀ ਦੇ ਨਾਲ ਸੱਤਾ ਦੇ ਵਿੱਚ ਆਈ ਹੈ ਕੇਂਦਰ ਦੇ ਵਿੱਚ ਔਰ ਕਈ ਰਾਜਾਂ ਦੇ ਵਿੱਚ, ਤਾਂ ਉਸ ਤੋਂ ਬਾਅਦ ਉਹ ਟੋਟਲੀ ਇਹ ਚਾਹੁੰਦੀ ਹੈ ਕਿ ਮੀਡੀਆ ਦਾ ਜਿਹੜਾ ਹੈ ਉਹਦਾ ਕੰਟਰੋਲ ਰਵੇ। ਜਿਹੜਾ ਮੀਡੀਆ ਉਹਦੇ ਤੋਂ ਕੰਟਰੋਲ ਨਹੀਂ ਹੁੰਦਾ ਜਾਂ ਜਿਹੜਾ ਜਰਨਲਿਸਟ ਉਹਦੇ ਤੋਂ ਕੰਟਰੋਲ ਨਹੀਂ ਹੁੰਦਾ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਰਾਸ਼ਟਰਵਾਦ ਦੇ ਨਾਂ 'ਤੇ, ਉਸ ਨੂੰ ਰਾਸ਼ਟਰ ਸੁਰੱਖਿਆ ਦੇ ਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੇਸਾਂ 'ਚ ਫਸਾਇਆ ਜਾਂਦਾ ਜਾਂ ਫਿਰ ਉਹਨਾਂ ਦੇ ਉੱਤੇ ਜਿਹੜੀਆਂ ਕੇਂਦਰੀ ਏਜੰਸੀਆਂ, ਚਾਹੇ ਉਹ ਈਡੀ ਹੈ, ਚਾਹੇ ਉਹ ਸੀਬੀਆਈ ਹੈ, ਚਾਹੇ ਹੋਰ ਏਜੰਸੀਆਂ, ਉਹਨਾਂ ਦੇ ਰਾਹੀਂ ਇਸ ਕਿਸਮ ਦਾ ਦਬਾਅ ਪਾਉਣ ਦਾ ਯਤਨ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਤੇ ਜੇ ਹੱਦ ਇਸ ਤੱਕ ਚਲੀ ਜਾਏ ਤਾਂ ਉਸ ਮੀਡੀਆ ਨੂੰ ਉਹਨਾਂ ਦੇ ਸਰਕਾਰ ਦੇ ਜਿਹੜੇ ਹਮਾਇਤੀ ਕਾਰਪੋਰੇਟ ਨੇ ਉਹ ਖਰੀਦਣ ਦੀ ਹੱਦ ਤੱਕ ਵੀ ਚਲੇ ਜਾਂਦੇ ਆ, ਬੇਸ਼ੱਕ ਉਹਨਾਂ ਨੂੰ ਜ਼ਬਰਦਸਤੀ ਖਰੀਦਣਾ ਪਵੇ। ਸਵਾਲ ਐਮ ਸੌਰੀ ਵਿੱਚ ਟੋਕਣ ਲੱਗਾ, ਇੱਕ ਸਵਾਲ ਮੈਂ ਜ਼ਰੂਰ ਜਿਸ ਮੁੱਦੇ ਤੁਸੀਂ ਗੱਲ ਕਰ ਰਹੇ ਹੋ, ਮੀਡੀਆ ਦੀ ਭੂਮਿਕਾ ਜਿਸ ਤਰੀਕੇ ਨਾਲ ਜਰਨਲਿਸਟ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ, ਕਈ ਥਾਵਾਂ ਤੇ ਜਰਨਲਿਸਟਾਂ ਦੇ ਕਤਲ ਵੀ ਹੋਏ ਹੈ, ਕਈ ਥਾਵਾਂ ਤੇ ਜਿਹੜਾ ਗੁੰਡਾ ਐਲੀਮੈਂਟ ਹੈ ਉਹਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰਿਵਾਰਾਂ ਦੇ ਉੱਤੇ ਵੀ ਬਹੁਤ ਸਾਰੀ ਵਿਪਤਾ ਮੁਸੀਬਤਾਂ ਦੇ ਪਹਾੜ ਟੁੱਟਦੇ ਹੈ। ਕਿ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਅੰਦਰ ਜਦੋਂ ਜਰਨਲਿਸਟ ਆਪਣੀ ਭੂਮਿਕਾ ਨਿਭਾਉਂਦਾ ਹੈ ਤਾਂ ਫਿਰ ਸਰਕਾਰਾਂ ਕੀ ਤਵੱਕੋਂ ਕਰਦੀਆਂ ਕਿ ਫਿਰ ਵੀ ਉਹਨਾਂ ਦੀ ਸੇਵਾ 'ਚ ਲੱਗੀਆਂ ਰਹਿਣ? ਕਿਉਂਕਿ ਸਮਾਜ ਦੀ ਜਿਹੜੀ ਜ਼ਿੰਮੇਵਾਰੀ ਹੈ, ਮੀਡੀਆ ਜਿਹੜਾ ਹੈਗਾ ਐਡੀ ਵੱਡੀ ਜਿਹੜੀ ਹੈਗੀ ਹੈ ਰਿਸਕ ਫੈਕਟਰ, ਐਡੇ ਵੱਡੇ ਖਤਰਿਆਂ ਨੂੰ ਸਹੇੜ ਕੇ ਵੀ ਉਹ ਜ਼ਿੰਮੇਵਾਰੀ ਨਿਭਾਉਂਦਾ ਹੈ। ਕਿਵੇਂ ਲੱਗਦਾ ਹੈ ਕਿ ਬਹੁਤ ਸਾਰੀ ਜਿਹੜੀ ਹੈਗੀ ਹੈ ਸਿਚੁਏਸ਼ਨ ਇਹੋ ਜਿਹੀ ਹੈ ਕਿ ਜਰਨਲਿਸਟਾਂ ਨੂੰ ਆਪਣੀਆਂ ਕੁਰਬਾਨੀਆਂ ਵੀ ਕਰਨੀਆਂ ਪਈਆਂ, ਆਪਣੀਆਂ ਨੌਕਰੀਆਂ ਤੋਂ ਵੀ। ਇਸ ਮੁੱਦੇ 'ਤੇ ਮੈਂ ਜਾਣਨਾ ਚਾਹਾਂਗਾ ਕਿ ਕਈ ਇਹੋ ਜਿਹੀਆਂ ਸਰਕਾਰਾਂ ਵੀ ਆਈਆਂ ਕਿ ਉਹਨਾਂ ਨੇ ਕਿਹਾ ਕਿ ਜਰਨਲਿਸਟ ਇਸ ਮਹਿਕਮੇ 'ਚ ਜਾਂ ਇਸ ਡਿਪਾਰਟਮੈਂਟ 'ਚ ਰਹਿਣਾ ਨਹੀਂ ਚਾਹੀਦਾ ਅਤੇ ਉਸ ਨੂੰ ਇਸ਼ਤਿਹਾਰ ਲੈਣ ਲਈ ਕੱਢ ਦਿੱਤਾ ਗਿਆ ਉੱਥੋਂ। ਇਹੋ ਜਿਹੀਆਂ ਨੌਬਤ ਵੀ ਇਹਨਾਂ ਅਦਾਰਿਆਂ ਦੇ ਅੰਦਰ, ਜਿਨ੍ਹਾਂ ਅਦਾਰਿਆਂ ਦੀ ਮੁਸ਼ਕਲਾਂ ਦੀ ਗੱਲ ਸੌਰਵ ਦੁੱਗਲ ਨੇ ਵੀ ਕੀਤੀ ਹੈ ਔਰ ਹਰਕਮਲ ਜੀ ਵੀ ਕਰ ਰਹੇ ਹੈ। ਤਾਂ ਉਹਦੇ 'ਚ ਬਕਾਇਦਾ ਅਸੀਂ ਦੇਖਦੇ ਹਾਂ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੁਣ ਜਿਸ ਤਰ੍ਹਾਂ ਯੂਪੀ ਦੇ ਅੰਦਰ ਇੱਕ ਹਾਥਰਸ ਦੇ ਵਿੱਚ ਘਟਨਾ ਹੋਈ ਜਿੱਥੇ ਕੱਪਨ ਜਿਹੜਾ ਜਰਨਲਿਸਟ ਸੀਗਾ ਉਹ ਬਕਾਇਦਾ ਉੱਥੇ ਅਜੇ ਜਾ ਹੀ ਰਿਹਾ ਸੀ ਕਿ ਰਸਤੇ 'ਚ ਉਹਨੂੰ ਚੱਕ ਕੇ ਕਿਸ ਤਰ੍ਹਾਂ ਉਸ ਤੋਂ ਬਾਅਦ 2 ਸਾਲ ਦੇ ਜੇਲ੍ਹ ਦੇ ਵਿੱਚ ਰੱਖਿਆ ਗਿਆ, ਫਿਰ ਸੁਪਰੀਮ ਕੋਰਟ ਦੇ ਦਖਲ ਨਾਲ ਕਿਸ ਤਰ੍ਹਾਂ ਉਹਦੀ ਜ਼ਮਾਨਤ ਹੋਈ। ਇਸ ਤਰ੍ਹਾਂ ਦੇ ਹੋਰ ਵੀ ਕੇਸ ਸਾਡੇ ਬਹੁਤ ਸਾਰੇ ਸਾਹਮਣੇ ਆ। ਪਿੱਛੇ ਮਹਾਰਾਸ਼ਟਰ ਵਿੱਚ ਰਤਨਾਗਿਰੀ 'ਚ ਕਿਸ ਤਰ੍ਹਾਂ ਹੀ ਜਰਨਲਿਸਟ ਦਾ ਕਤਲ ਕਰ ਦਿੱਤਾ ਗਿਆ। ਜਿਹੜੇ ਮਾਫੀਆਜ਼ ਨੇ, ਜਿਹੜੇ ਚਾਹੇ ਉਹ ਮਾਈਨਿੰਗ ਮਾਫੀਆ, ਚਾਹੇ ਉਹ ਸ਼ਰਾਬ ਮਾਫੀਆ, ਚਾਹੇ ਉਹ ਕੋਈ ਹੋਰ ਮਾਫੀਆ, ਉਹ ਉਹਨਾਂ ਨੂੰ ਜਦੋਂ ਉਹਨਾਂ ਦੀ ਤੁਸੀਂ ਕਿਸੇ ਚੀਜ਼ ਨੂੰ ਕੋਈ ਵੀ ਜਰਨਲਿਸਟ ਜਿਹੜਾ ਉਹਨੂੰ ਰਿਪੋਰਟ ਕਰਦਾ ਤਾਂ ਉਹ ਆਪਣੀ ਜਾਨ ਨੂੰ ਖਤਰੇ 'ਚ ਵੀ ਪਾਉਂਦਾ। ਔਰ ਅਸੀਂ ਦੇਖਿਆ ਹੈ ਕਿ ਆਉਣ ਵਾਲੇ ਜਿਹੜਾ ਪਿਛਲਾ ਸਮਾਂ ਲੰਘਿਆ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਕਈ ਜਰਨਲਿਸਟਾਂ ਨੂੰ ਇਸ ਦੇ ਕਰਕੇ ਆਪਣੀ ਜਿਹੜੀ ਹੈ ਜਾਨ ਵੀ ਗਵਾਉਣੀ ਪਈ, ਉਹਨਾਂ ਦੇ ਕਤਲ ਹੋਏ ਹੈ। ਔਰ ਇਹ ਸਾਰੀ ਸਥਿਤੀ ਦੇ ਵਿੱਚ ਸਰਕਾਰਾਂ ਜਿਹੜੀਆਂ ਮੂਕ ਦਰਸ਼ਕ ਬਣੀਆਂ ਰਹਿੰਦੀਆਂ ਔਰ ਕੋਈ ਵੀ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ, ਚਾਹੇ ਉਹ ਮਾਫੀਆ ਹੈ, ਚਾਹੇ ਉਹ ਗੈਂਗਸਟਰ ਹੈ। ਤਾਂ ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਇਸ ਵੇਲੇ ਭੂਮਿਕਾ ਹੈਗੀ ਹੈ ਉਹ ਜਿਹੜੀਆਂ ਜਰਨਲਿਸਟ ਜਥੇਬੰਦੀਆਂ ਉਹ ਆਪਣੇ ਤੌਰ 'ਤੇ ਤਾਂ ਆਵਾਜ਼ ਉਠਾਉਂਦੀਆਂ ਕਿ ਜਰਨਲਿਜ਼ਮ ਜਿਹੜਾ ਉਹਨੂੰ ਬਚਾਉਣ ਦੀ ਲੋੜ ਹੈ, ਜਰਨਲਿਸਟ ਨੂੰ ਬਚਾਉਣ ਦੀ ਲੋੜ ਹੈ। ਪਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਮਾਜ ਦੇ ਅੰਦਰ ਪੱਤਰਕਾਰਾਂ ਦੀ ਜਾਂ ਮੀਡੀਆ ਦੀ ਜਿਹੜੀ ਭੂਮਿਕਾ ਹੈ ਉਹਦੀ ਇਸ ਵੇਲੇ ਸਭ ਤੋਂ ਵੱਧ ਲੋੜ ਹੈ। ਉਹ ਇਸ ਕਰਕੇ ਕਿ ਜਿਸ ਢੰਗ ਦੇ ਨਾਲ ਤਾਨਾਸ਼ਾਹੀ ਰੁਚੀਆਂ ਵੱਲ ਵੱਧ ਰਿਹਾ ਸਾਡਾ ਦੇਸ਼, ਉਸ ਦੇ ਵਿੱਚ ਜੇ ਇਸ ਸਾਰੇ ਮੀਡੀਆ ਨੂੰ, ਜਰਨਲਿਸਟਾਂ ਦੀ ਜਿਹੜੀ ਆਜ਼ਾਦੀ ਹੈ, ਇਸ ਦੇ ਉੱਤੇ ਸਭ ਤੋਂ ਜਿਹੜੀ ਇਸ ਵੇਲੇ ਚਿੰਤਾਜਨਕ ਗੱਲ ਹੈ ਜਿਹਦਾ ਜ਼ਿਕਰ ਹਰਕਮਲ ਜੀ ਨੇ ਕੀਤਾ, ਸੌਰਵ ਦੁੱਗਲ ਹੋਣਾ ਕੀਤਾ, ਤੁਸੀਂ ਵੀ ਕੀਤਾ, ਉਸ ਦਾ ਜਿਹੜਾ ਪ੍ਰਗਟਾਵਾ ਹੈ ਉਹ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ DY ਚੰਦਰਚੂੜ, ਉਹਨਾਂ ਨੇ ਬਕਾਇਦਾ ਜਿਹੜੇ ਪਿਛਲੇ ਅਸੀਂ ਦੇਖਦੇ ਹਾਂ ਕਿ ਉਹ ਜਿੰਨੇ ਵੀ ਸਮਾਗਮਾਂ 'ਚ ਗਏ ਹੈ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜੇ ਦੇਸ਼ ਦੇ ਅੰਦਰ ਜਮਹੂਰੀਅਤ ਨੂੰ ਬਚਾ ਕੇ ਰੱਖਣਾ, ਜੇ ਦੇਸ਼ ਦੇ ਅੰਦਰ ਸੰਵਿਧਾਨ ਨੂੰ ਬਚਾ ਕੇ ਰੱਖਣਾ ਤਾਂ ਪ੍ਰੈਸ ਦੀ ਆਜ਼ਾਦੀ, ਜਰਨਲਿਸਟਾਂ ਦੀ ਆਜ਼ਾਦੀ ਜਿਹੜੀ ਹੈ
ਉਹ ਹੋਣੀ ਬਹੁਤ ਜ਼ਰੂਰੀ ਹੈ। ਔਰ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਿਹੜਾ ਮੀਡੀਆ 1 ਦਾ ਕੇਸ ਸੀਗਾ ਕੇਰਲਾ ਦਾ ਇੱਕ, ਉਸ ਦੇ ਉੱਤੇ ਜਿਸ ਢੰਗ ਨਾਲ ਸਰਕਾਰ ਨੇ ਪਾਬੰਦੀ ਲਾਈ ਸੀ, ਉਸ ਪਾਬੰਦੀ ਨੂੰ ਖਤਮ ਕਰਕੇ ਉਸ ਨੂੰ ਜਿਸ ਢੰਗ ਨਾਲ ਦੁਆਰਾ ਜਿਹੜਾ ਬਕਾਇਦਾ ਬੈਨ ਜਿਹੜਾ ਸੀਗਾ ਉਹਦਾ ਖਤਮ ਕਰਕੇ ਉਹਨੂੰ ਚਲਾ ਦਿੱਤਾ, ਉਹਦੇ ਤੋਂ ਕੁਛ ਨਾ ਕੁਛ ਕਿਤੇ ਨਾ ਕਿਤੇ ਆਸ ਦੀ ਕਿਰਨ ਜਿਹੜੀ ਹੈ ਨਿਆਂਪਾਲਕਾ ਤੋਂ ਨਜ਼ਰ ਆਉਂਦੀ ਹੈ। ਔਰ ਉਹ ਜੀ ਉਸ ਦੇ ਨਾਲ ਇਹ ਜ਼ਰੂਰੀ ਹੈ ਕਿ ਲੋਕ ਵੀ ਜੇ ਇਸ ਦੇ ਨਾਲ ਉੱਠ ਕੇ ਖੜੇ ਹੋਣਗੇ, ਲੋਕਾਂ ਦੀ ਆਵਾਜ਼ ਵੀ ਉੱਠੇਗੀ ਤੇ ਜਮਹੂਰੀਅਤ ਵੀ ਤਾਂ ਹੀ ਬਚ ਸਕਦੀ ਹੈ ਜੇ ਪ੍ਰੈਸ ਦੀ ਆਜ਼ਾਦੀ ਬਚੇਗੀ, ਨਾਗਰਿਕ ਆਜ਼ਾਦੀ ਵੀ ਤਾਂ ਬਚ ਸਕਦੀ ਹੈ ਜੇ ਮੀਡੀਆ ਦੀ ਆਜ਼ਾਦੀ ਬਚੇਗੀ। ਐਬਸੋਲੂਟਲੀ ਰਾਈਟ, ਬਿਲਕੁਲ ਠੀਕ ਜਨ ਸਾਹਿਬ। ਹਰਕਮਲ ਜੀ, ਜਿਸ ਮਾਮਲੇ ਤੇ ਲੋਕਾਂ ਦੀ ਆਜ਼ਾਦੀ ਦੀ ਗੱਲ ਔਰ ਮੀਡੀਆ ਦੇ ਬਚਾਅ ਦੀ ਗੱਲ, ਮੀਡੀਆ ਦੀ ਹਮਾਇਤ ਦੀ ਗੱਲ ਉੱਠ ਰਹੀ ਹੈ, ਹਰਕਮਲ ਜੀ ਜਦੋਂ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ, ਦੇਖੋ ਕਿਉਂ ਮੀਡੀਆ ਦੇ ਨਾਲ ਇਸ ਤਰ੍ਹਾਂ ਦਾ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚ ਆਮ ਵਾਲੇ ਜਿਹੜੇ ਸੱਤਾ 'ਚ ਆਏ, ਉਹਨਾਂ ਨੇ ਵੱਡੇ ਵੱਡੇ ਵਾਅਦੇ, ਵੱਡੀਆਂ ਵੱਡੀਆਂ ਗਰੰਟੀਆਂ ਕੀਤੀਆਂ। ਹੁਣ ਜਦੋਂ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਉਹਨਾਂ ਗਰੰਟੀਆਂ ਨੂੰ ਚੇਤੇ ਕਰਾਉਂਦਾ ਤਾਂ ਸੁਭਾਵਿਕ ਹੈ ਕਿ ਬਹੁਤ ਵੱਡੀ ਤਕਲੀਫ ਹੁੰਦੀ ਹੈ। ਸੋ ਇਹ ਵੀ ਲੱਗਦਾ ਹੈ ਕਿ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿਵੇਂ ਪਾਇਆ ਜਾ ਸਕਦਾ ਹੈ, ਉਹ ਜਿਹੜਾ ਆਪਣਾ ਜਾਰੀ ਰੱਖਣ ਦੇ ਲਈ ਹੀ ਮੀਡੀਆ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਜਗਤਾਰ ਜੀ, ਅਫਸੋਸਨਾਕ ਗੱਲ ਇਹ ਹੈਗੀ ਹੈ ਕਿ ਸਿਆਸਤ ਵੀ ਮੈਨੂੰ ਲੱਗਦਾ ਹੈ ਕਿ ਇੱਕ ਵਪਾਰ ਬਣ ਗਿਆ, ਇੱਕ ਕਿੱਤਾ ਬਣ ਗਿਆ ਜੀ। ਔਰ ਜੋ ਲੋਕ ਇਹਦੇ 'ਚ ਅੱਗੇ ਆ ਰਹੇ ਨੇ, ਜੋ ਰਾਜ ਸੱਤਾ ਨੂੰ ਹਥਿਆਉਣਾ ਚਾਹੁੰਦੇ ਨੇ, ਉਹ ਸਮਝਦੇ ਨੇ ਕਿ ਜੋ ਝੂਠ ਬੋਲਣਾ ਪੈਂਦਾ ਬੋਲੋ। ਇਹ ਕਿਸੇ ਮਾਫੀਏ ਤੋਂ ਘੱਟ ਨਹੀਂ ਹੈਗੇ ਇਹ ਲੋਕ ਵੀ ਅੱਜ ਦੀ ਡੇਟ ਦੇ ਵਿੱਚ। ਔਰ ਇਹ ਹਰ ਕਿਸਮ ਦੇ ਹੱਥ ਕੰਡੇ ਅਪਣਾ ਸਕਦੇ ਨੇ, ਮੀਡੀਆ ਨੂੰ ਖਰੀਦਣ ਦੀ ਕੋਸ਼ਿਸ਼ ਕਰ ਸਕਦੇ ਨੇ, ਲੋਕਾਂ ਨੂੰ ਖਰੀਦਦੇ ਹੈਗੇ ਨੇ, ਔਰ ਹਰ ਇਲੀਗਲ ਕੰਮ ਕਰਕੇ ਚਾਹੁੰਦੇ ਨੇ ਕਿ ਸਾਨੂੰ ਰਾਜ ਸੱਤਾ ਮਿਲ ਜਾਏ। ਲੇਕਿਨ ਤੁਸੀਂ ਦੇਖੋ ਕਿ ਰਾਜ ਸੱਤਾ 'ਚ ਆਉਣ ਤੋਂ ਬਾਅਦ ਫਿਰ ਇਹ ਸਮਝਦੇ ਨੇ ਕਿ ਸਿਰਫ ਮੀਡੀਆ ਮੈਨੇਜਮੈਂਟ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਕਾਮਯਾਬ ਰੱਖੀਏ, ਔਰ ਜਿਹੜਾ ਬੰਦਾ ਸਾਡੇ ਖਿਲਾਫ ਬੋਲਦਾ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਾਹਮਣੇ ਲੈ ਕੇ ਆਂਦਾ ਹੈ, ਉਹਦਾ ਗਲਾ ਘੁੱਟਿਆ ਜਾਏ। ਤੁਸੀਂ ਦੇਖੋ 1 ਸਾਲ ਸਾਡੇ ਪੰਜਾਬ ਸਰਕਾਰ ਨੂੰ ਅਜੇ ਸੱਤਾ 'ਚ ਆਇਆ ਹੋਇਆ, ਕਿੰਨੇ ਕੁ ਪੇਪਰਾਂ ਦੇ ਹੁਣ ਤੱਕ ਬਾਰ-ਬਾਰ ਇਸ਼ਤਿਹਾਰ ਬੰਦ ਹੋ ਗਏ ਨੇ, ਕਿੰਨੇ ਕੁ ਚੈਨਲਾਂ ਨੂੰ ਇਹਨਾਂ ਨੇ ਹੁਣ ਤੱਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਕਿਸੇ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੈਂ ਸਮਝਦਾ ਕਿ ਇਹ ਜੋ ਤਰੀਕੇ ਹੈਗੇ ਨੇ, ਤੌਰ ਤਰੀਕੇ, ਇਹ ਲੋਕਤੰਤਰ ਦੇ ਨਹੀਂ ਹੈਗੇ, ਇਹ ਤੇ ਡਿਕਟੇਟਰਾਨਾ ਰੁਝਾਨ ਬਿਲਕੁਲ ਸਾਡੇ ਸਰਕਾਰ ਦੇ ਵਿੱਚ ਆ ਰਹੇ ਨੇ ਜੋ ਬਹੁਤ ਖਤਰਨਾਕ ਨੇ। ਔਰ ਦੂਜੀ ਮੈਨੂੰ ਜਿਹੜੀ ਗੱਲ ਨਜ਼ਰ ਆ ਰਹੀ ਹੈ ਕਿ ਮੀਡੀਆ ਨੂੰ ਇਹਦੇ ਲਈ ਯੂਨਾਈਟ ਹੋਣਾ ਪਏਗਾ। ਦੇਖੋ ਬੇਸਿਕਲੀ ਪੱਤਰਕਾਰੀ ਇੱਕ ਮਿਸ਼ਨ ਹੈਗਾ, ਇਹ ਕੋਈ ਵਪਾਰ ਨਹੀਂ ਹੈਗਾ, ਦੁਕਾਨਦਾਰੀ ਨਹੀਂ ਹੈਗੀ। ਔਰ ਜੇ ਅਸੀਂ ਇਹਨੂੰ ਮਿਸ਼ਨ ਬਣਾ ਕੇ ਚੱਲਾਂਗੇ ਤਾਂ ਹੀ ਇਹ ਪੱਤਰਕਾਰੀ ਖੜੀ ਰਹਿ ਸਕੇਗੀ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਜਿਵੇਂ ਕੁਝ ਮੀਡੀਆ ਹਾਊਸਿਸ ਕਮਜ਼ੋਰੀ ਦਿਖਾ ਰਹੇ ਨੇ, ਉਹ ਕੋਈ ਸਟੈਂਡ ਲੈਣ ਨੂੰ ਇਸ਼ੂਜ਼ ਤੇ ਤਿਆਰ ਨਹੀਂ ਹੈਗੇ, ਇਹਦਾ ਜਿਹੜਾ ਨਤੀਜਾ ਹੈਗਾ ਉਹ ਮੀਡੀਆ ਲਈ ਚੰਗਾ ਨਹੀਂ ਹੋਏਗਾ। ਮੇਰੇ ਖਿਆਲ 'ਚ ਸਾਰੇ ਜਿਹੜੇ ਮੀਡੀਆ ਹਾਊਸਿਸ ਨੇ ਉਹਨਾਂ ਨੂੰ ਇਕੱਠੇ ਹੋ ਕੇ ਇਹ ਜਿਹੜੀਆਂ ਚੁਣੌਤੀਆਂ ਹੈਗੀਆਂ ਨੇ ਇਹਨਾਂ ਦਾ ਟਾਕਰਾ ਕਰਨਾ ਚਾਹੀਦਾ, ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਔਰ ਜਿਹੜੀ ਇਹ ਡਿਕਟੇਟਰਾਨਾ ਰੁਝਾਨ ਸਰਕਾਰਾਂ 'ਚ ਆ ਰਹੇ ਨੇ, ਮੀਡੀਆ ਨੂੰ ਦਬਾਉਣ ਦੀਆਂ ਜਿਵੇਂ ਕੋਸ਼ਿਸ਼ਾਂ ਹੋ ਰਹੀਆਂ, ਉਹਦਾ ਉਹਨਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਔਰ ਇੱਕ ਟ੍ਰਾਂਸਪੇਰੈਂਟ ਸਿਸਟਮ ਜਿਹੜਾ ਹੈ ਉਹਨੂੰ ਅਮਲ 'ਚ ਲਿਆਉਣਾ ਚਾਹੀਦਾ ਸਰਕਾਰਾਂ ਨੂੰ, ਤਾਂ ਕਿ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ। ਜੀ ਸੌਰਵ ਦੁੱਗਲ, ਜਿਸ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ, ਜੋ ਹਰਕਮਲ ਜੀ ਨੇ ਕਿਹਾ ਕਿ ਮੀਡੀਆ ਨੂੰ ਕਿਸ ਤਰੀਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਇੱਕ ਵੱਡਾ ਸਵਾਲ ਇਹਦੇ 'ਚੋਂ ਇਹ ਵੀ ਉੱਠਦਾ ਹੈ ਕਿ ਜੋ ਪਰਿਸਥਿਤੀਆਂ ਇਸ ਵੇਲੇ ਬਣੀਆਂ, ਤੁਸੀਂ ਪਹਿਲਾਂ ਖੁਦ ਵੀ ਜ਼ਿਕਰ ਕੀਤਾ ਹੈ, ਚਾਹੇ ਕੇਂਦਰ ਦੀ ਗੱਲ ਕਰ ਲਈਏ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਜਿਸ ਤਰੀਕੇ ਨਾਲ ਦਬਾਅ ਬਣ ਰਿਹਾ ਹੈ, ਤੁਹਾਨੂੰ ਕਿਵੇਂ ਲੱਗਦਾ ਜਿਹੜਾ ਮੀਡੀਆ ਦਾ ਭਵਿੱਖ, ਮੀਡੀਆ ਦੀ ਆਜ਼ਾਦੀ ਜਿਹੜੀ ਕਿੰਨੀ ਕੁ ਬਰਕਰਾਰ ਆਉਣ ਵਾਲੇ ਦਿਨਾਂ 'ਚ ਕਿੰਨੀ ਕੁ ਵੱਡੀ ਗੰਭੀਰਤਾ ਔਰ ਵੱਡੀ ਚੁਣੌਤੀ ਬਣ ਜਾ ਰਹੀ ਹੈ? ਅਗਰ ਦੇਖੀਏ ਸਰ, ਅਸੀਂ ਮੀਡੀਆ ਦੀ ਗੱਲ ਕਰੀਏ ਔਰ ਇੱਕ ਮੀਡੀਆ ਦੀ ਕੰਟਰੀਬਿਊਸ਼ਨ ਦੀ ਗੱਲ ਕਰੀਏ, ਤਾਂ ਜਿਹੜਾ ਵੀ ਇੱਕ ਆਪਾਂ ਸਮਾਂ ਕਹੀਏ ਜਾਂ ਕੋਈ ਕਨਫਲਿਕਟ ਜ਼ੋਨ ਕਹੀਏ ਜੀ, ਤਾਂ ਮੀਡੀਆ ਨੇ ਬਖੂਬੀ ਨਾਲ ਉੱਥੇ ਆਪਣਾ ਕੰਮ ਕੀਤਾ ਹੈ ਔਰ ਆਪਣੀ ਈਵਨ ਨੁਕਸਾਨ ਦੀ ਵੀ ਪਰਵਾਹ ਨਹੀਂ ਕੀਤੀ। ਕੋਵਿਡ 'ਚ ਜਿਹੜੀ ਅਗਰ ਆਪਾਂ ਗੱਲ ਕਰੀਏ ਤਾਂ ਚਲੋ ਹਰ ਪ੍ਰੋਫੈਸ਼ਨ ਦੇ ਲੋਕਾਂ ਦੀ ਉਸ ਟਾਈਮ ਜਿਹੜੀ ਆ ਜਿਹੜੇ ਫਰੰਟ ਵਾਰੀਅਰ ਸੀ ਉੱਥੇ
ਜਾਨ ਦਾ ਨੁਕਸਾਨ ਹੋਇਆ, ਲੇਕਿਨ ਮੀਡੀਆ ਦੀ ਵੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ। ਬਿਲਕੁਲ ਠੀਕ। ਔਰ ਚਾਹੇ ਉਹ ਇੰਡੀਆ ਜਿੱਥੇ ਵੀ ਕੌਨਫਲਿਕਟ ਜ਼ੋਨ ਹੋਏ ਜਾਂ ਈਵਨ ਟੈਰਰਿਜ਼ਮ ਦਾ ਵੀ ਟਾਈਮ ਹੋਏ, ਤਾਂ ਮੀਡੀਆ ਨੇ ਆਪਣਾ ਕੰਮ ਬਹੁਤ ਬਖੂਬੀ ਤਰੀਕੇ ਨਾਲ ਕੀਤਾ ਹੈ। ਕਿਉਂਕਿ ਅਗਰ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਜਿਹੜੀ ਇੱਕ ਵਾਰ ਆ ਜਾਂਦੀ ਹੈ ਉਹ ਕਹਿੰਦੀ ਹੈ ਦੁਬਾਰਾ ਇਲੈਕਸ਼ਨ ਹੋਏ ਨਾ, ਅਸੀਂ ਆ ਗਏ ਹਾਂ, ਅਸੀਂ ਸਭ ਤੋਂ ਬੈਸਟ ਹੈ, ਅਸੀਂ ਹੁਣ ਸਾਰੀ ਉਮਰ ਹੀ ਇੱਥੇ ਰਹੀਏ। ਬਿਲਕੁਲ ਠੀਕ। ਤਾਂ ਜਦੋਂ ਮੀਡੀਆ ਆਪਣਾ ਕਰਦੀ ਹੈ ਕੰਮ ਕਿ ਤਾਂ ਉਹ ਚੀਜ਼ ਨੂੰ ਸਾਹਮਣੇ ਲੈ ਕੇ ਆਂਦੀ ਹੈ, ਤਾਂ ਇਹਨਾਂ ਨੂੰ ਲੱਗਦਾ ਕਿ ਵੀ ਸ਼ਾਇਦ ਵੀ ਜਿਹੜਾ ਕ੍ਰਿਟਿਸਿਜ਼ਮ ਹੈ ਉਹ ਅਨਨੈਸੈਸਰੀ ਹੈ, ਬਲਕਿ ਮੀਡੀਆ ਆਪਣਾ ਕੰਮ ਇੱਕ ਉਹਦੀ ਰਿਸਪੌਂਸਿਬਿਲਿਟੀ ਹੈ। ਕਿਉਂਕਿ ਜਿਸ ਤਰ੍ਹਾਂ ਹਰਕਮਲਜੀਤ ਸਰ ਨੇ ਕਿਹਾ ਕਿ ਮੀਡੀਆ ਇੱਕ ਮਿਸ਼ਨ ਹੈ, ਕਿਉਂਕਿ ਅਗਰ ਇਸ ਪ੍ਰੋਫੈਸ਼ਨ ਦੀ ਗੱਲ ਕੀਤੀ ਜਾਏ ਤਾਂ ਇਹ ਕੋਈ ਬਹੁਤ ਹਾਈਲੀ ਪੇਡ ਪ੍ਰੋਫੈਸ਼ਨ ਨਹੀਂ ਹੈ, ਲੇਕਿਨ ਜਿਹੜੇ ਯੰਗਸਟਰ ਜਰਨਲਿਸਟ ਇਹਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਸੋਸਾਇਟੀ 'ਚ ਕਿਸੇ ਲੈਵਲ ਤੇ ਕੰਟਰੀਬਿਊਟ ਕਰ ਸਕਦੇ ਆ। ਤਾਂ ਇਸ ਲਈ ਮੀਡੀਆ ਨੂੰ ਇਕੱਠਾ ਹੋਣ ਦੀ ਵੀ ਲੋੜ ਹੈ, ਆਪਣੀ ਅਗਰ ਕਿਤੇ ਕੋਈ ਗਲਤੀ ਹੈ ਉਹਨੂੰ ਵੀ ਠੀਕ ਕਰਨ ਦੀ ਲੋੜ ਹੈ। ਮੈਂ ਇੱਕ ਸਵਾਲ ਜਿਹੜਾ ਮੀਡੀਆ ਦਾ ਕੰਮ ਹੈ, ਸੌਰਵ ਦੁੱਗਲ ਵਿੱਚੋਂ ਟੋਕ ਕੇ ਸਵਾਲ ਲੈਣ ਲੱਗਿਆ, ਆਪਣੀਆਂ ਗਲਤੀਆਂ ਨੂੰ ਦਰੁਸਤ ਕਰਨ ਦੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਕਿਧਰੇ ਸਵਾਲ ਮੀਡੀਆ ਬਾਰੇ ਉੱਠਦੇ ਰਹਿੰਦੇ ਆ ਕਿ ਜੇ ਮੀਡੀਆ ਨੂੰ ਵੀ ਇੱਕ ਸੰਤੁਲਿਤ ਜਿਹੜੀ ਬੈਲੈਂਸ ਅਪਰੋਚ ਹੈ ਉਹ ਅਪਣਾਉਣ ਦੀ ਲੋੜ ਹੈਗੀ ਹੈ। ਠੀਕ ਹੈ, ਸਰਕਾਰਾਂ ਦੇ ਅਟੈਕ ਦੀ ਗੱਲ ਆ ਜਿੱਥੇ ਗਲਤੀਆਂ ਉਹ ਵੀ, ਪਰ ਕੁਝ ਇਹ ਵੀ ਤਵੱਕੋਂ ਕਰਦੇ ਆ ਕਿ ਇੱਕ ਸੰਤੁਲਿਤ ਅਪਰੋਚ ਹੋਣੀ ਚਾਹੀਦੀ ਹੈ। ਉਹ ਵੀ ਬਿਲਕੁਲ ਸਰ, ਕਿਉਂਕਿ ਮੈਂ ਕਹਿ ਰਿਹਾ ਕਿਉਂਕਿ ਆਪਣੇ ਆਪ ਨੂੰ ਵੀ ਚਲੋ ਠੀਕ ਗੱਲ ਕਰਨ ਦੀ ਲੋੜ ਹੈ, ਬੈਲੈਂਸ ਕਰਨ ਦੀ ਲੋੜ ਹੈ, ਲੇਕਿਨ ਜਿਹੜਾ ਮੀਡੀਆ ਦਾ ਕੰਮ ਹੈ ਉਹ ਤਾਂ ਮੀਡੀਆ ਕਰੂਗੀ ਨਾ। ਤਾਂ ਮੀਡੀਆ ਦਾ ਕੰਮ ਹੈ ਸਰਕਾਰ ਨੂੰ ਆਇਨਾ ਦਿਖਾਣਾ, ਔਰ ਸਰਕਾਰ ਨੂੰ ਉਹ ਤੇ ਹੀ ਤਕਲੀਫ ਹੈ। ਕਿੰਨੇ ਜਰਨਲਿਸਟਾਂ ਦੇ ਹੁਣ ਟਵਿੱਟਰ ਅਕਾਊਂਟਸ ਨੂੰ ਵਿਦਹੈਲਡ ਕੀਤਾ ਗਿਆ। ਅਗਰ ਇੱਕ ਖਬਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਹਿਸਾਬ ਦੀ ਨਹੀਂ ਹੈ ਜਾਂ ਬਹੁਤ ਕ੍ਰਿਟੀਕਲ ਹੈ, ਉਹ YouTube ਚੈਨਲ ਬੰਦ ਕਰ ਦਿਓ, ਉਹਦਾ ਫੇਸਬੁੱਕ, ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈ ਇਹ ਜਿਹੜਾ ਸਰਕਾਰ ਦੇ ਕੋਲ ਹੈ ਕਿ ਸਰਕਾਰ ਵੀ ਇੰਟਰਨੈਟ ਦੇ ਥਰੂ ਇੰਡੀਆ 'ਚ ਕਿਸ ਚੀਜ਼ ਨੂੰ ਦਿਖਾਣਾ ਹੈ ਜਾਂ ਨਹੀਂ ਦਿਖਾਣਾ। ਔਰ ਅਗਰ ਆਪਾਂ ਗਲੋਬਲ ਇੰਡੈਕਸ ਦੀ ਗੱਲ ਕੀਤੀ ਜਾਏ ਕਿ ਜਰਨਲਿਸਟ ਇੰਡੀਆ 'ਚ ਕਿੰਨੀ ਤਕਲੀਫ ਦੇ ਨਾਲ ਹੈ, ਤਾਂ ਵਰਲਡ 'ਚ ਜਿਹੜਾ ਹੈ ਇੰਡੀਆ ਦਾ ਨੰਬਰ ਲਗਭਗ 150 ਦੇ ਉੱਤੇ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬਈ ਇੰਡੀਆ 'ਚ ਜਾਂ ਸਾਊਥ ਏਸ਼ੀਅਨ ਕੰਟਰੀਜ਼ 'ਚ ਐਜ਼ ਅ ਜਰਨਲਿਸਟ ਕੰਮ ਕਰਨਾ ਕਾਫੀ ਮੁਸ਼ਕਿਲ ਕੰਮ ਹੈ, ਕਿਉਂਕਿ ਜਿਹੜੀ ਇੱਥੇ ਸਰਕਾਰ ਹੈ ਉਹ ਕਿਉਂਕਿ ਮੀਡੀਆ ਜਿਹੜਾ ਹੈ ਡੈਮੋਕ੍ਰੇਸੀ ਦਾ ਇੱਕ ਪਿਲਰ ਹੈ, ਔਰ ਕੋਈ ਵੀ ਇੱਕ ਅਗਰ ਇਹ ਫੋਰਥ ਪਿਲਰ ਹੈ ਮੀਡੀਆ, ਤਾਂ ਅਗਰ ਕੋਈ ਇਮਾਰਤ 4 ਪਿਲਰ ਤੇ ਹੈ, ਅਗਰ ਇੱਕ ਪਿਲਰ ਬਿਲਕੁਲ ਹਟਾ ਦੋ ਉੱਥੋਂ ਤਾਂ ਉਹ ਤਾਂ ਡਿਸਬੈਲੈਂਸ ਹੋ ਜਾਏਗੀ। ਤਾਂ ਇਹ ਚੀਜ਼ ਜਿਹੜੀ ਹੈ ਇਹ ਸਰਕਾਰ ਨਹੀਂ ਸਮਝ ਰਹੀ ਕਿ ਗੱਲ ਸਿਰਫ ਇਸ ਚੀਜ਼ ਦੀ ਨਹੀਂ ਕਿ ਅਸੀਂ ਅੱਜ ਆਲੋਚਨਾ ਕਰ ਰਹੇ ਹਾਂ, ਸ਼ਾਇਦ ਅਸੀਂ ਪਿਛਲੀ ਗਵਰਨਮੈਂਟ ਦੀ ਵੀ ਆਲੋਚਨਾ ਕੀਤੀ ਸੀ ਤਾਂ ਹੀ ਤੁਹਾਨੂੰ ਚਾਂਸ ਮਿਲਿਆ, ਤਾਂ ਹੀ ਲੋਕਾਂ ਨੇ ਇੱਕ ਸ਼ਿਫਟ ਲਾਈ ਹੈ, ਤਾਂ ਹੀ ਇਲੈਕਸ਼ਨ ਜਿਹੜੇ ਆ ਰਿਜ਼ਲਟ ਹਮੇਸ਼ਾ ਬਈ ਜਿਹੜਾ ਲੋਕਾਂ ਨੂੰ ਠੀਕ ਲੱਗਦੀ ਹੈ ਉਹਨੂੰ ਹੀ ਇਲੈਕਟ ਕਰਦੀ ਹੈ, ਲੇਕਿਨ ਉਹ ਠੀਕ ਬਣੇ ਰਹਿਣਾ ਵੀ ਜ਼ਰੂਰੀ ਹੈ। ਜੀ, ਇੱਕ ਸਵਾਲ ਜਿਹੜਾ ਸੌਰਵ ਦੁੱਗਲ ਮੈਂ ਫਿਰ ਅੱਗੇ ਜੰਡੂ ਸਾਹਿਬ ਤੋਂ ਸਵਾਲ ਲੈਣਾ ਚਾਹਾਂਗਾ। ਇੱਕ ਸਵਾਲ ਇਹ ਵੀ ਹੈ ਜਿਹੜਾ ਸਰਕਾਰਾਂ ਜਿਹੜੇ ਵੱਡੇ ਹਾਊਸਿਸ ਹੈਗੇ ਉਹਨਾਂ ਨੂੰ ਕਿਤੇ ਇਸ ਗੱਲ ਦੀ ਵੀ ਗਲਤ ਫਹਿਮੀ ਹੈ ਕਿ ਇਸ਼ਤਿਹਾਰ ਦੇ ਕੇ ਜਾਂ ਇੱਦਾਂ ਦੀ ਪਹੁੰਚ ਅਪਣਾ ਕੇ ਮੀਡੀਆ ਨੂੰ ਖਰੀਦਿਆ ਜਾ ਸਕਦਾ ਜਾਂ ਆਪਣੀ ਮਰਜ਼ੀ ਨਾਲ ਲਿਖਵਾਇਆ ਜਾ ਸਕਦਾ। ਤੁਹਾਡਾ ਵੀ ਬੜਾ ਲੰਬਾ ਤਜਰਬਾ ਹੈ, ਪ੍ਰਧਾਨ ਦੇ ਤੌਰ 'ਤੇ ਤੁਸੀਂ ਦੇਖਦੇ ਹੋ ਕਿ ਮੀਡੀਆ ਕਦੇ ਵੀ ਜਿਹੜੀ ਆਪਣੀ ਅਪਰੋਚ ਹੈ ਉਹ ਨਹੀਂ ਛੱਡਦਾ। ਇਸ ਕਰਕੇ ਵੀ ਸ਼ਾਇਦ ਸਰਕਾਰਾਂ ਨੂੰ ਪਰੇਸ਼ਾਨੀ ਆਉਂਦੀ ਹੈ ਕਿ ਇਸ਼ਤਿਹਾਰ ਦੇ ਨਾਲ ਸਮੁੱਚਾ ਮੀਡੀਆ ਖਰੀਦਿਆ ਨਹੀਂ ਜਾ ਸਕਦਾ। ਨਹੀਂ, ਬਿਲਕੁਲ ਠੀਕ ਗੱਲ ਹੈ ਤੁਹਾਡੀ ਸਰ, ਕਿਉਂਕਿ ਜਿਹੜਾ ਸਰਕਾਰ ਹੈ ਉਹ ਮੀਡੀਆ ਨੂੰ ਇਹ ਨਹੀਂ ਦੇਖਦੀ ਕਿ ਮੀਡੀਆ ਇੱਕ ਸੱਚਾਈ ਦਿਖਾ ਰਹੀ ਹੈ ਜਾਂ ਲੋਕਾਂ ਦੀ ਪ੍ਰੋਬਲਮ ਲੈ ਕੇ ਆ ਰਹੀ ਹੈ, ਉਹ ਮੀਡੀਆ ਨੂੰ ਇੱਕ ਬਿਜ਼ਨਸ ਹਾਊਸ ਦੀ ਤਰੀਕੇ ਨਾਲ ਦੇਖਦੀ ਹੈ। ਯੈਸ, ਉਹ ਮੀਡੀਆ ਨੂੰ ਦੇਖਦੀ ਹੈ ਕਿ ਜੀ ਇਹਨਾਂ ਦੀ ਬੈਲੈਂਸ ਸ਼ੀਟ ਹੈ, ਨਫਾ ਨੁਕਸਾਨ ਹੈ, ਤਾਂ ਆਪਾਂ ਇਹਨਾਂ ਨੂੰ ਜ਼ਿਆਦਾ ਇਸ਼ਤਿਹਾਰ ਦੇ ਦਈਏ, ਇਹਨਾਂ ਦਾ ਪ੍ਰੋਫਿਟ ਹੋ ਜਾਊਗਾ, ਇਸ਼ਤਿਹਾਰ ਰੋਕ ਦਈਏ ਇਹਨਾਂ ਦਾ ਨੁਕਸਾਨ ਹੋ ਜਾਏਗਾ। ਉਹ ਇਹ ਨਹੀਂ ਦੇਖਦੇ ਕਿ ਇਹ ਮੀਡੀਆ ਜਿਹੜੀ ਹੈ ਅਗਰ ਉਹਨੂੰ ਇੱਕ ਬਿਜ਼ਨਸ ਹਾਊਸ ਵੀ ਦੇਖਣਾ, ਇੰਡਸਟਰੀ ਵੀ ਦੇਖਣੀ ਹੈ, ਤਾਂ ਉਹ ਕੀ ਚੀਜ਼ ਪ੍ਰੋਡਿਊਸ ਕਰ ਰਹੀ ਹੈ, ਉਹ ਲੋਕਾਂ ਦੇ ਹਿੱਤ ਵਾਸਤੇ ਲੋਕਾਂ ਦੇ ਨਾਲ ਖੜੇ ਹੋਣ ਦੀ ਤਾਕਤ ਹੈ, ਉਹ ਚੀਜ਼ ਪ੍ਰੋਡਿਊਸ ਕਰ ਰਹੀ ਹੈ। ਤਾਂ ਸਰਕਾਰ ਜਿਹੜਾ ਉਹ ਸਰਕਾਰ ਦੀ ਵੀ ਇੱਕ ਬਹੁਤ ਹੀ ਵੱਡੀ ਗਲਤੀ ਹੈ ਕਿ ਉਹ ਮੀਡੀਆ ਹਾਊਸ ਨੂੰ ਇੱਕ ਬਿਜ਼ਨਸ, ਇੱਕ ਇੰਡਸਟਰੀ ਦੀ ਤਰ੍ਹਾਂ ਦੇਖ ਰਹੀ ਹੈ ਕਿ ਜਿਸ ਤਰ੍ਹਾਂ ਸ਼ਾਇਦ ਇਹ ਕੋਈ ਸਪੋਰਟਸ ਗੁੱਡ ਦੀ ਇੰਡਸਟਰੀ ਹੈ ਜਾਂ ਕੋਈ ਆਇਰਨ ਦੀ ਇੰਡਸਟਰੀ ਹੈ, ਜਿਸ ਤਰ੍ਹਾਂ ਹੋਰ ਇੰਡਸਟਰੀਜ਼ ਨੂੰ ਟ੍ਰੀਟ ਕਰਦੀ ਹੈ। ਜੀ ਬਿਲਕੁਲ, ਜਿਹੜਾ ਸੌਰਵ ਦੁੱਗਲ ਜਿਹੜਾ ਹੈਗਾ, ਤੁਸੀਂ ਬਣੇ ਰਹੋ, ਆਪਾਂ ਫਿਰ ਇਸ ਮੁੱਦੇ ਤੇ ਆਉਣੇ ਆ। ਜਿਸ ਮਾਮਲੇ ਤੇ ਗੱਲ ਕੀਤੀ ਹੈ, ਜਿੱਦਾਂ ਸੌਰਵ ਦੁੱਗਲ ਹੁਣੀ ਕਹਿ ਰਿਹਾ
ਮੀਡੀਆ ਦੀ ਸਮਾਜ ਦੇ ਲਈ ਇੱਕ ਬਹੁਤ ਵੱਡੀ, ਜਿੱਦਾਂ ਦੁੱਗਲ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਬਹੁਤ ਔਖੀਆਂ ਪ੍ਰਸਥਿਤੀਆਂ 'ਚ ਵੀ ਜਦੋਂ ਪੰਜਾਬ ਲੰਘਦਾ ਰਿਹਾ, ਹੁਣ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਮੈਂ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣ ਦੇਣਾ, ਕਿ ਮੁੱਖ ਮੰਤਰੀ ਦੇ ਬਿਆਨ ਨਾਲ ਹੀ ਅਫਗਾਨਿਸਤਾਨ ਬਣਨ ਤੋਂ ਰੁਕਿਆ ਵਾ ਹੈ, ਜਾਂ ਸਮੁੱਚੇ ਪੰਜਾਬੀਆਂ ਦੀ ਮੀਡੀਆ ਦੀ ਵੀ ਬਹੁਤ ਵੱਡੀ ਭੂਮਿਕਾ ਕਿ ਜੇ ਪੰਜਾਬ 'ਚ ਅੱਜ ਭਾਈਚਾਰਾ ਹੈ, ਪੰਜਾਬ 'ਚ ਅਮਨ ਹੈ, ਪੰਜਾਬ 'ਚ ਸਦਭਾਵਨਾ ਹੈ, ਤਾਂ ਮੀਡੀਆ ਦੀ ਵੀ ਭੂਮਿਕਾ ਕਿ ਮੀਡੀਆ ਨੂੰ ਸਿਰਫ ਇਸੇ ਮੰਤਵ ਲਈ ਨਾ ਦੇਖੋ ਕਿ ਇਹਨੂੰ ਵਰਤਿਆ ਕਿਵੇਂ ਜਾ ਸਕਦਾ ਹੈ। ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਕਿ ਮੀਡੀਆ ਬਹੁਤ ਵੱਡੀ ਭੂਮਿਕਾ ਸਮਾਜ ਲਈ ਨਿਭਾ ਰਿਹਾ, ਜੋ ਦੀ ਆਵਾਜ਼ ਬੰਦ ਕਰੋਗੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਦਿੱਕਤ ਖੜੀ ਹੋ ਸਕਦੀ ਹੈ। ਦੇਖੋ ਸਿੱਧੂ ਸਾਹਿਬ, ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮੀਡੀਆ ਇਹਨੇ ਪਿਛਲੇ 80 ਤੋਂ ਲੈ ਕੇ 90 ਦਾ ਜਿਹੜਾ ਦਹਾਕਾ ਸੀਗਾ, ਉਸ ਦੇ ਵਿੱਚ ਜਿਸ ਤਰ੍ਹਾਂ ਦੇ ਸੰਤਾਪੇ ਦਿਨ ਸੀ, ਉਹਦੇ ਵਿੱਚ ਜਿਸ ਢੰਗ ਨਾਲ ਆਪਣੀ ਭੂਮਿਕਾ ਨਿਭਾਈ ਹੈ ਔਰ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਉਸ ਸਮੇਂ ਜੋ ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦਾ ਵੀ ਯਤਨ ਕੀਤਾ, ਤਾਂ ਉਹ ਸਾਰੇ ਦੀ ਬਦੌਲਤ ਹੈ ਕਿ ਉਸ ਸਮੇਂ ਵੀ ਤੇ ਅੱਜ ਵੀ ਪੰਜਾਬ ਦੇ ਵਿੱਚ ਜਿਹੜੀ ਇੱਕ ਸਦਭਾਵਨਾ, ਇੱਕ ਸਾਂਝ ਹੈ, ਜਿਹੜਾ ਇੱਕ ਪੰਜਾਬ ਦਾ ਕਲਚਰ ਹੈ, ਪੰਜਾਬ ਦੀ ਇੱਕ ਜਿਹੜੀ ਸੁਭਾਅ ਹੈ, ਉਹ ਸਾਰਾ ਉਸ ਤਰ੍ਹਾਂ ਹੀ ਕਾਇਮ ਹੈ। ਹੋਰ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਭਾਵੇਂ ਬਹੁਤ ਕੁਝ ਵਾਪਰਿਆ ਹੋਏਗਾ, ਪਰ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਬਿਲਕੁਲ ਜਿਹੜੀ ਹੈ ਸਾਰਾ ਭਾਈਚਾਰਕ ਸਾਂਝ ਜਿਹੜੀ ਉਸ ਤਰ੍ਹਾਂ ਹੀ ਬਣੀ ਹੈ, ਜਿਹੜੀ ਫਿਰਕੂ ਸਦਭਾਵਨਾ ਉਸ ਤਰ੍ਹਾਂ ਹੀ ਕਾਇਮ ਰਹੀ ਹੈ, ਬਿਨੇ ਕਿੰਨੇ ਵੀ ਔਖੇ ਤੋਂ ਔਖੇ ਸਮੇਂ ਵੀ ਆਏ, ਭਾਵੇਂ ਹੁਣ ਵੀ ਕਈ ਵਰਤਾਰੇ ਅਜਿਹੇ ਆਏ, ਪਰ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਜਿਹੜਾ ਇਸ ਭਾਵਨਾ ਦੇ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਰੱਖਿਆ, ਔਰ ਉਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭੂਮਿਕਾ ਹੈਗੀ ਆ ਉਹ ਮੀਡੀਆ ਦੀ ਹੈ, ਜਿਹੜਾ ਖਾਸ ਕਰਕੇ ਪੰਜਾਬੀ ਮੀਡੀਆ ਹੈ ਜਾਂ ਇੱਥੇ ਜਿਹੜੇ ਹਿੰਦੀ ਦੇ ਅਖਬਾਰ ਹੈ ਜਾਂ ਅੰਗਰੇਜ਼ੀ ਦੇ ਅਖਬਾਰ ਹੈ, ਉਹਨਾਂ ਨੇ ਜਿਹੜਾ ਆਪਣਾ ਇੱਕ ਰੋਲ ਅਦਾ ਕੀਤਾ ਹੈ, ਉਸ ਦੀ ਬਦੌਲਤ ਹੀ ਹੈ। ਕਿਉਂਕਿ ਸਮਾਜ ਦੇ ਅੰਦਰ ਜਿਹੜੀ ਹੈ, ਜੇ ਕੋਈ ਮੀਡੀਆ ਦਾ ਕੰਮ ਹੈ, ਅਸੀਂ ਬਹੁਤ ਸਾਰੇ ਦੇਖਦੇ ਹਾਂ ਕਿ ਦੇਸ਼ ਦੇ ਅੰਦਰ ਦਿੱਲੀ ਦੇ ਵਿੱਚ ਵੀ ਇੱਕ ਮੀਡੀਆ ਦਾ ਜਿਹੜਾ ਚੈਨਲ ਸੀਗਾ, ਉਸ ਨੇ ਜਦੋਂ ਇਸ ਤਰ੍ਹਾਂ ਦੀਆਂ ਪ੍ਰੋਵੋਕੇਟਿਵ ਜਿਹੜੀਆਂ ਗੱਲਾਂ ਕੀਤੀਆਂ ਸੀ ਤਾਂ ਅਖੀਰ ਜਿਹੜੀ ਹੈ ਅਦਾਲਤ ਨੂੰ ਵੀ ਉਸ ਨੂੰ ਬੰਦ ਕਰਨਾ ਪਿਆ ਸੀਗਾ। ਸੋ ਜਿੱਥੇ ਮੀਡੀਆ ਇਸ ਤਰ੍ਹਾਂ ਦਾ ਰੋਲ ਅਦਾ ਕਰਦਾ, ਉੱਥੇ ਮਾਹੌਲ ਵਿਗੜਦਾ। ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦਾ ਮੀਡੀਆ ਖਾਸ ਕਰਕੇ, ਉਹਦੀ ਹਮੇਸ਼ਾ ਹੀ ਜਿਹੜੀ ਹੈ ਅਸਾਰੂ ਭੂਮਿਕਾ ਰਹੀ ਹੈ ਤੇ ਬਕਾਇਦਾ ਜਿਹੜੀ ਹੈ ਦੇਸ਼ ਦੇ ਹਿੱਤ 'ਚ, ਪੰਜਾਬ ਦੇ ਹਿੱਤ 'ਚ ਖੜਦਾ ਰਿਹਾ ਜਿਹੜਾ ਪੰਜਾਬ ਦਾ ਮੀਡੀਆ। ਸੋ ਇਸ ਕਰਕੇ ਜਿਹੜੀ ਸਮਾਜ ਦੇ ਵਿੱਚ ਮੀਡੀਆ ਦੀ ਭੂਮਿਕਾ ਹੈ, ਉਸ ਦਾ ਇੱਕ ਆਪਣੀ ਵੱਖਰੀ ਜਿਹੜੀ ਪਹਿਚਾਣ ਹੈ, ਵੱਖਰਾ ਇੱਕ ਰੋਲ ਹੈ, ਜਿਸ ਦੇ ਨਾਲ ਸਮਾਜ ਨੂੰ ਵੀ ਇੱਕ ਜਿਹੜਾ ਸ਼ਾਂਤੀ ਵਾਲਾ ਮਾਹੌਲ ਮਿਲਦਾ, ਅਮਨ ਦਾ ਮਾਹੌਲ ਮਿਲਦਾ, ਔਰ ਬਕਾਇਦਾ ਉਸ ਦੇ ਨਾਲ ਜਿਹੜੀ ਹੈ ਸਮਾਜ ਦੇ ਅੰਦਰ ਇੱਕ ਸਮਾਜ ਨੂੰ ਐਜੂਕੇਟ ਵੀ ਕਰਦਾ ਹੈ ਮੀਡੀਆ ਨਾਲ ਦੀ ਨਾਲ। ਜਿਸ ਤਰ੍ਹਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਵੱਖ-ਵੱਖ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਅਖਬਾਰਾਂ ਦੇ ਅੰਦਰ, ਹੋਰ ਮੀਡੀਆ ਦੇ ਅੰਦਰ ਨਿਹਰਾ ਖਬਰਾਂ ਨਹੀਂ, ਖਬਰਾਂ ਤੋਂ ਇਲਾਵਾ ਵੀ ਬਹੁਤ ਕੁਝ ਜਿਹੜਾ ਮੀਡੀਆ ਨੇ ਆਪਣੀ ਭੂਮਿਕਾ ਨਿਭਾਈ ਹੈ। ਥੈਂਕ ਯੂ ਹਰਕਮਲ ਜੀ। ਇਸ ਮਾਮਲੇ ਤੇ ਆਪਾਂ ਸਮਾਜਿਕ ਭੂਮਿਕਾ ਦੀ ਗੱਲ ਕਰਦੇ ਹਾਂ। ਸਮਾਜਿਕ ਭੂਮਿਕਾ 'ਚ ਸਰਕਾਰਾਂ ਇਹ ਸਮਝਦੀਆਂ ਕਿ ਸਮਾਜ ਦੀਆਂ ਉਹੀ ਠੇਕੇਦਾਰ ਹੈ, ਸਮਾਜ ਦੀ ਅਖੰਡਤਾ ਕਿਵੇਂ ਰਹਿ ਸਕਦੀ ਹੈ, ਸਮਾਜ ਸਦਭਾਵਨਾ ਕਿਵੇਂ ਰਹਿ ਸਕਦੀ ਹੈ, ਸਿਰਫ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਆਪਣੇ ਆਪ ਨੂੰ ਦਾਅਵੇਦਾਰ ਬਣਦੀਆਂ। ਮੀਡੀਆ ਦੀ ਭੂਮਿਕਾ ਇਹਦੇ 'ਚ ਕੋਈ ਘੱਟ ਨਹੀਂ ਹੁੰਦੀ ਸਮਾਜ ਨੂੰ ਬਚਾਉਣ ਦੇ ਲਈ। ਜੇ ਸਮਾਜ ਦੀ ਸਥਿਤੀ ਦੇ ਲਈ ਜੇ ਮੀਡੀਆ ਕੰਮ ਕਰਦਾ ਹੈ, ਜੇ ਮੀਡੀਆ ਦੀ ਆਵਾਜ਼ ਬੰਦ ਕੀਤੀ ਜਾਏਗੀ ਤਾਂ ਲੱਗਦਾ ਕਿ ਸਮਾਜ ਦੇ ਲਈ ਵੀ ਇੱਕ ਨਵੀਆਂ ਉਲਝਣਾਂ ਤੇ ਨਵੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ, ਕਿਉਂਕਿ ਕੋਈ ਮੈਸੇਜ ਦੇਣ ਵਾਲਾ ਹੀ ਨਹੀਂ ਰਹੇਗਾ ਸਦਭਾਵਨਾ ਵਾਲਾ, ਜੇ ਤੁਸੀਂ ਆਵਾਜ਼ ਹੀ ਬੰਦ ਕਰਦੇ ਹੋ। ਬਿਲਕੁਲ ਠੀਕ ਤੁਹਾਡੀ ਗੱਲ ਹੈਗੀ ਹੈ। ਦੇਖੋ ਗੱਲ ਇਹ ਵੇ ਕਿ ਚੰਗਾ ਸਮਾਜ ਸਿਰਜਣ ਦਾ ਕੰਮ ਜਿਹੜਾ ਹੈ ਉਹ ਮੀਡੀਆ ਦਾ ਹੈਗਾ। ਮੀਡੀਆ ਹੀ ਇੱਕ ਚੰਗਾ ਸਮਾਜ ਸਿਰਜ ਸਕਦਾ ਹੈ। ਮੇਰੇ ਖਿਆਲ ਦੇ ਵਿੱਚ ਸਰਕਾਰਾਂ ਨੂੰ ਸਿੱਧੇ ਰਸਤੇ ਤੇ ਚਲਾਉਣਾ, ਵਿਕਾਸ ਕਾਰਜਾਂ ਨੂੰ ਠੀਕ ਢੰਗ ਨਾਲ ਕਰਾਉਣਾ, ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਸ ਮੀਡੀਆ ਤੇ ਡਿਪੈਂਡ ਕਰਦੀਆਂ। ਰੀਜ਼ਨ ਬੀਇੰਗ ਮੀਡੀਆ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਉਹ ਰੋਲ ਅਦਾ ਕਰਦਾ ਹੈ ਕਿ ਜਿੱਥੇ ਵੀ ਕੋਈ ਗਲਤੀ ਹੁੰਦੀ ਹੈ, ਜਿੱਥੇ ਵੀ ਕੋਈ ਸਰਕਾਰ ਗਲਤ ਕੰਮ ਕਰਦੀ ਹੈ, ਉਹਨੂੰ ਦਰੁਸਤ ਕਰਨ ਦਾ ਮੀਡੀਆ ਕੰਮ ਕਰਦਾ ਹੈ। ਇੱਕ ਕਿਸਮ ਦਾ ਵਾਚ ਡੌਗ ਹੈਗਾ ਮੀਡੀਆ। ਲੇਕਿਨ ਮੈਨੂੰ ਇਹ ਲੱਗ ਰਿਹਾ ਕਿ ਸਰਕਾਰਾਂ ਹੁਣ ਚਾਹੁੰਦੀਆਂ ਕਿ ਅਸੀਂ ਜੋ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦੀਆਂ ਅਸੀਂ ਉਸ ਤਰ੍ਹਾਂ ਕਰੀਏ, ਸਾਡੀ ਠੱਗੀ ਠੋਰੀ ਨੂੰ ਕੋਈ ਕਿੰਤੂ ਪਰੰਤੂ ਨਾ ਕਰੇ, ਸਾਡੇ ਗਲਤ ਕੰਮਾਂ ਤੇ ਕੋਈ ਕਿੰਤੂ ਪਰੰਤੂ ਨਾ ਕਰੇ। ਮੈਂ ਸਮਝਦਾ ਕਿ ਇਹ ਰੁਝਾਨ ਬਹੁਤ ਗਲਤ ਹੈ, ਔਰ ਜੇ ਇਸ ਢੰਗ ਦੇ ਨਾਲ ਸਰਕਾਰਾਂ ਮੀਡੀਆ ਦਾ ਗਲਾ ਦਬਾਉਣ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਤੇ ਉਹ ਦੇਸ਼ ਲਈ ਬੜਾ ਖਤਰਨਾਕ ਹੋਏਗਾ, ਦੇਸ਼ ਤੇ ਲੋਕਤੰਤਰ ਲਈ ਵੀ ਬਹੁਤ ਖਤਰਨਾਕ ਹੋਏਗਾ। ਜੀ ਸੌਰਵ ਦੁੱਗਲ, ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਮੈਂ ਆਖਰੀ ਕਮੈਂਟ ਇਸ ਮੁੱਦੇ ਤੇ ਤੁਹਾਡੇ ਲੈਣਾ ਚਾਹਾਂਗਾ ਕਿ ਜੇ ਸਮਾਜ 'ਚ ਜੋ
ਕਰਪਸ਼ਨ, ਜੋ ਭ੍ਰਿਸ਼ਟਾਚਾਰ, ਜੋ ਗਲਤ ਕਦਰਾਂ ਕੀਮਤਾਂ, ਉਹਨਾਂ ਦੇ ਖਿਲਾਫ ਮੀਡੀਆ ਆਵਾਜ਼ ਨਹੀਂ ਚੁੱਕੇਗਾ ਤਾਂ ਕਿੰਨਾ ਵੱਡਾ ਜਿਹੜਾ ਇਹ ਸਮਾਜ ਦੇ ਲਈ ਖਤਰਾ ਕਹਿ ਲਓ, ਕਿੰਨਾ ਵੱਡਾ ਸਮਾਜ ਦੇ ਲਈ ਜਿਹੜੀ ਸਮੱਸਿਆਵਾਂ ਖੜੀਆਂ ਹੋ ਸਕਦੀਆਂ। ਫਿਰ ਕਿਉਂ ਸਰਕਾਰ ਜਿਹੜੀ ਮੀਡੀਆ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ? ਕੀ ਲੱਗਦਾ ਜਿੱਦਾਂ ਹਰਕਮਲ ਜੀ ਚਾਹੁੰਦੇ ਆ ਕਿ ਉਸੇ ਤਰੀਕੇ ਦੇ ਨਾਲ ਕਹਿੰਦੇ ਆ ਕਿ ਵੀ ਇੱਦਾਂ ਹੀ ਚੱਲਣਾ ਚਾਹੀਦਾ ਹੈ? ਇਹ ਸਥਿਤੀ ਦੇ ਵਿੱਚ ਕੀ ਮੀਡੀਆ ਦੀ ਆਵਾਜ਼ ਸੌਰਵ ਦੁੱਗਲ ਸਰਕਾਰਾਂ ਦਬਾਉਣੀਆਂ ਚਾਹਣਗੀਆਂ ਤਾਂ ਦਬਾਈ ਜਾ ਸਕਦੀ ਹੈ, ਜਾਂ ਮੀਡੀਆ ਸਟੈਂਡ ਕਰੇਗਾ ਜਿਵੇਂ ਪਿੱਛੇ ਵੀ ਕਰਦਾ ਆ ਰਿਹਾ ਹੈ? ਲਾਸਟ ਪੁਆਇੰਟ ਜਿਹੜਾ ਦੁੱਗਲ ਸਾਹਿਬ। मीडिया बिल्कुल स्टैंड करेगा क्योंकि ਜਿਹੜੀ मीडिया है वो आम एक बिल्कुल नॉर्मल आदमी ਦੀ ਆਵਾਜ਼ ਹੈ। ਕਿਉਂਕਿ ਇੱਕ ਆਮ ਆਦਮੀ ਜਿਹੜੀ ਆਪਣੀ ਗੱਲ ਸੀਐਮ ਜਾਂ ਸਰਕਾਰ ਤੋਂ ਡਾਇਰੈਕਟ ਨਹੀਂ ਪਹੁੰਚਾ ਸਕਦਾ ਤਾਂ ਮੀਡੀਆ ਉਹਦਾ ਜ਼ਰੀਆ ਬਣਦਾ ਹੈ। ਤਾਂ ਮੀਡੀਆ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਸ ਰਿਸਪੌਂਸਿਬਿਲਟੀ ਕਰਕੇ ਮੀਡੀਆ ਨੂੰ ਕੋਈ ਨਹੀਂ ਦਬਾਏਗਾ। ਔਰ ਮੀਡੀਆ ਜਿਹੜਾ ਖੁਦ ਕੋਈ ਇਸ ਚੀਜ਼ ਤੇ ਉਹਨੂੰ ਲੜਾਈ ਲੜਨੀ ਪਏਗੀ ਕਿਉਂਕਿ ਸਰਕਾਰ ਤਾਂ ਚਾਹੇਗੀ ਕਿ ਦਬਾਈਏ। ਕਿਉਂਕਿ ਅੱਜ ਤੱਕ ਕੋਈ ਵੀ ਜਿਹੜੀ ਗਵਰਨਮੈਂਟ ਜਦੋਂ ਇਲੈਕਸ਼ਨ ਲੜਦੀ ਹੈ ਕੋਈ ਪਾਰਟੀ, ਤਾਂ ਕਿਸੇ ਨੇ ਵੀ ਆਪਣਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਇਹ ਨਹੀਂ ਕਿਹਾ ਕਿ ਮੈਂ ਕੁਝ ਨਹੀਂ ਕਰਾਂਗਾ। ਅੱਜ ਤੱਕ ਕਦੇ ਕੋਈ ਨਹੀਂ ਹੋਇਆ ਕਿ ਕਿਸੇ ਨੇ ਸਿਰਫ ਖਾਲੀ ਪੇਪਰ ਦਿੱਤਾ ਹੋਏ ਕਿ ਬਈ ਮੈਂ ਖਾਲੀ ਪੇਪਰ ਕਰਕੇ ਵੀ ਆ ਰਿਹਾ, ਮੈਂ ਦੇਖਾਂਗਾ ਮੈਂ 5 ਸਾਲ ਕੀ ਕਰਨਾ ਹੈ। ਵੱਡੇ ਵਾਅਦੇ ਕਰਕੇ ਆਉਂਦੇ ਆ ਜੀ ਕਿ ਮੈਂ ਫਲਾਨੀ ਚੀਜ਼ ਕਰਾਂਗਾ ਜਾਂ ਮੈਂ ਇਹ ਡਿਵੈਲਪਮੈਂਟ ਕਰਾਂਗਾ। ਔਰ ਉਹਨੂੰ ਹੀ ਜਿਹੜਾ ਮੀਡੀਆ ਦਾ ਜਿਹੜੀ ਰਿਸਪੌਂਸਿਬਿਲਟੀ ਵਾਚ ਡੌਗ ਦੀ ਆ ਜਾਂਦੀ ਹੈ। ਮੀਡੀਆ ਜਿਹੜਾ ਇੱਕ ਮਿਸ਼ਨ ਹੈ, ਔਰ ਜਦੋਂ ਵੀ ਜਿਹੜਾ ਬੰਦਾ ਮੀਡੀਆ ਨੂੰ ਮਿਸ਼ਨ ਦੇ ਤਰੀਕੇ ਨਾਲ ਲਏਗਾ ਤਾਂ ਉਹਦੀ ਆਵਾਜ਼ ਕੋਈ ਵੀ ਸਰਕਾਰ ਨਹੀਂ ਦਬਾ ਸਕਦੀ। ਠੀਕ ਹੈ, ਮੁਸ਼ਕਲਾਂ ਜ਼ਰੂਰ ਆਏਗੀ, ਲੇਕਿਨ ਉਹ ਮੁਸ਼ਕਲਾਂ ਦਾ ਜਿਹੜਾ ਸਾਨੂੰ ਹੀ ਲੜਾਈ ਲੜਨੀ ਪਏਗੀ। ਔਰ ਇਹ ਸਮੇਂ ਹੈ ਕਿ ਅਸੀਂ ਸਾਰੇ ਇਕਜੁੱਟ ਰਹੀਏ ਕਿ ਜਿਸ ਵੀ ਮੀਡੀਆ ਨੂੰ ਜਾਂ ਜਿਸ ਵੀ ਜਰਨਲਿਸਟ ਨੂੰ ਅਗਰ ਜ਼ਰੂਰਤ ਹੈ ਤਾਂ ਉਹ ਅਸੀਂ ਆਪਸ ਦੇ ਭਾਈਚਾਰੇ ਚ ਉਹਦੀ ਮਦਦ ਜ਼ਰੂਰ ਕਰੀਏ। ਬਹੁਤ ਬਹੁਤ ਮਿਹਰਬਾਨੀ ਸਾਰੇ। ਮੈਂ ਸੀਨੀਅਰ ਜਨਰਲ ਦਾ ਜੰਡੂ ਸਾਹਿਬ ਕਮੈਂਟ ਕਰਨਾ ਚਾਹੁੰਦੇ। ਜੰਡੂ ਸਾਹਿਬ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ, ਸੌਰਵ ਦੁੱਗਲ ਹੋਣਾ ਕੀਤੀ ਹੈ, ਅਸੀਂ ਦੇਖਦੇ ਹਾਂ ਕਿ ਜਿਹੜੀਆਂ ਰਾਜਸੀ ਪਾਰਟੀਆਂ ਜਾਂ ਸਰਕਾਰਾਂ ਉਹਨਾਂ ਦੀ ਅੱਖ ਤਾਂ ਸਿਰਫ ਤੇ ਸਿਰਫ ਵੋਟ ਬੈਂਕ ਤੇ ਹੁੰਦੀ ਹੈ, ਜਦੋਂ ਕਿ ਮੀਡੀਆ ਦੀ ਜਿਹੜੀ ਭੂਮਿਕਾ ਹੈ ਉਹਨੇ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ, ਮਾੜਾ ਵਾਪਰ ਰਿਹਾ ਜਾਂ ਸਰਕਾਰਾਂ ਦੀਆਂ ਨੀਤੀਆਂ ਨਾਲ ਜੋ ਅਸਰ ਪੈ ਰਿਹਾ ਉਹਨਾਂ ਨੂੰ ਅੱਗੇ ਲਿਆਉਣਾ ਹੁੰਦਾ। ਇਸ ਕਰਕੇ ਸਰਕਾਰਾਂ ਨੂੰ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੀਡੀਆ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾਵੇ। ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਜੇ ਸਾਡੀ ਆਲੋਚਨਾ ਹੁੰਦੀ ਹੈ, ਜੇ ਸਮਾਜ ਦੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਵਿਗੜਦੀ ਹੈ, ਜੇ ਸਮਾਜ ਦੇ ਅੰਦਰ ਮਾਫੀਆ ਵੱਧਦਾ ਹੈ, ਜੇ ਸਮਾਜ ਦੇ ਅੰਦਰ ਨਸ਼ੇ ਵੱਧਦੇ ਹੈ, ਜੇ ਸਮਾਜ ਦੇ ਅੰਦਰ ਹੋਰ ਇਸ ਤਰ੍ਹਾਂ ਦੇ ਵਰਤਾਰੇ ਆਉਂਦੇ ਆ ਤਾਂ ਸਰਕਾਰ ਦਾ ਵੋਟ ਬੈਂਕ ਖਰਾਬ ਹੁੰਦਾ ਜੀ। ਸਾਡੇ ਸੀਨੀਅਰ ਜਰਨਲਿਸਟ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੇਨਤੀ ਪ੍ਰਵਾਨ ਕਰਕੇ ਇਸ ਮੁੱਦੇ ਤੇ ਆਏ। ਉਮੀਦ ਹੈ ਦਰਸ਼ਕਾਂ ਨੂੰ ਵੀ ਇਹ ਬਹਿਸ ਪਸੰਦ ਆਏਗੀ, ਕਿਉਂਕਿ ਜਿੱਦਾਂ ਜਰਨਲਿਸਟ ਦੋਸਤਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕਿ ਜੇ ਮੀਡੀਆ ਦੀ ਆਵਾਜ਼ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਸਮਾਜ ਦੇ ਮੁੱਦਿਆਂ ਤੇ ਕੌਣ ਬੋਲੇਗਾ? ਜੇ ਮੀਡੀਆ ਚੁੱਪ ਹੋ ਕੇ ਰਹਿ ਜਾਏਗਾ ਤਾਂ ਸਮਾਜ ਲਈ ਕੌਣ ਆਵਾਜ਼ ਬੁਲੰਦ ਕਰੇਗਾ? ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ, ਜਿੱਥੇ ਮੈਂ ਆਪਣੇ ਸਾਥੀਆਂ ਦਾ ਧੰਨਵਾਦੀ ਹਾਂ, ਇੰਝ ਇੱਕ ਸੁਨੇਹਾ ਵੀ ਨਾਲ ਹੀ ਸਮਾਜ ਦੇ ਲਈ ਕਿ ਮੀਡੀਆ ਤੇ ਸਮਾਜ ਜੇ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰੇਗੀ ਤਾਂ ਸਾਂਝੇ ਤੌਰ ਤੇ ਇਸ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਉਪਰਾਲਾ ਤੇ ਉਦਮ ਕਰਨਾ ਪਏਗਾ। ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਮੈਂ ਸੀਨੀਅਰ ਜਰਨਲਿਸਟਾਂ ਦਾ ਧੰਨਵਾਦ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਆਪਾਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।